ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰੀ ਜਿਹੜੀ ਆਵਾਜ਼ ਹੈ ਉਹ ਤੁਹਾਡੇ ਕੋਲ ਬਿਲਕੁਲ ਪ੍ਰੋਪਰ ਵੇ ਨਾਲ ਪਹੁੰਚ ਰਹੀ ਹੈ ਨਾ? ਬਿਲਕੁਲ। ਥੋੜ੍ਹਾ ਜਿਹਾ ਲੇਟ ਹੋਣ ਵਾਸਤੇ क्षमा ਚਾਹੁੰਦੇ ਹਾਂ ਕਿਉਂਕਿ ਨੈਟਵਰਕ ਇਸ਼ੂ ਬਹੁਤ ਵੱਡਾ ਦੇਣ ਹੈ ਨਾ। ਨਹੀਂ ਨਹੀਂ ਸੁਖ ਕੌਰ, ਇਹੋ ਜਿਹੀ ਕੋਈ ਗੱਲ ਨਹੀਂ ਗੀ। ਹਾਂਜੀ ਸਾਰਿਆਂ ਦਾ ਸਵਾਗਤ ਹੈ ਪੰਜਾਬ ਸਟੱਡੀ ਗਰੁੱਪ ਦੇ ਨੰਬਰ 1 ਚੈਨਲ 'ਤੇ, ਜਿਹਦੇ ਵਿੱਚ ਆਪਾਂ ਫ੍ਰੀ ਆਫ ਕੋਸਟ ਮੈਥ ਦੀਆਂ ਕਲਾਸਾਂ ਲੈ ਰਹੇ ਹਾਂ। ਔਰ ਇਹੋ ਜਿਹਾ ਉਪਰਾਲਾ ਪੰਜਾਬ ਵਿੱਚ ਕਿਸੇ ਵੀ ਇੰਸਟੀਚਿਊਟ ਕਿਸੇ ਵੀ ਪਲੇਟਫਾਰਮ ਨੇ ਨਹੀਂ ਕੀਤਾ। ਸੋ ਤੁਸੀਂ ਜੁੜੇ ਰਹੋ ਨਾਲ ਪੰਜਾਬ ਸਟੱਡੀ ਗਰੁੱਪ ਦੇ। ਥੈਂਕ ਯੂ ਅਵੀਨਾ ਜੀ, ਥੈਂਕ ਯੂ। ਬਿਲਕੁਲ ਗੁਰਨੂਰ ਜੀ, ਬਿਲਕੁਲ ਟਾਈਮ ਟੂ ਟਾਈਮ ਆਪਾਂ 12 ਵਜੇ ਮੈਂ ਬਹਿ ਜਾਂਦਾ ਕਲਾਸ ਲਾਉਣ ਵਾਸਤੇ, ਬਟ ਕੋਈ ਨੈਟਵਰਕ ਇਸ਼ੂ ਆ ਜਾਏ ਤਾਂ ਦੇਖੋ ਉਹਦੇ 'ਚ ਆਪਾਂ ਕੁਛ ਨਹੀਂ ਕਰ ਸਕਦੇ। ਓਕੇ ਗੁੱਡ ਵੀ, ਬਹੁਤ ਵਧੀਆ। ਚਲੋ ਸਟਾਰਟ ਕਰਦੇ ਹਾਂ ਆਪਾਂ ਸੈਸ਼ਨ ਨੂੰ ਅੱਜ ਦਾ। ਜਿੰਨਾ ਵੀ ਕੱਲ੍ਹ ਤੱਕ ਆਪਾਂ ਕਰਵਾਇਆ, ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਤੁਹਾਨੂੰ ਪਤਾ ਹੈ ਜਾਂ ਨਹੀਂ। ਤਾਂ ਤੁਹਾਡੇ ਸਾਹਮਣੇ ਪਹਿਲਾ ਕੁਐਸਚਨ, ਫਟਾਫਟ ਸਾਰੇ ਜਣੇ ਉੱਤਰ ਦਿਓ। ਹਾਂਜੀ ਨੇਹਾ ਭਗਤ ਜੀ, ਜੇ ਤੁਸੀਂ ਨਵੇਂ ਸਟੂਡੈਂਟ ਹੋ ਤਾਂ ਕੋਈ ਦਿੱਕਤ ਨਹੀਂ, ਕਿਉਂਕਿ ਮੈਂ ਸਾਰਾ ਰਿਪੀਟ ਕਰ ਰਿਹਾ ਵਾਂ ਤੁਹਾਡੇ ਵਾਸਤੇ, ਸਾਰਿਆਂ ਵਾਸਤੇ। ਮਨੀ ਸਿੰਘ, ਅੱਜ ਮੇਰਾ ਮੁਖੜਾ ਨਹੀਂ ਦਿਖੇਗਾ। ठीक है ना, आज मेरा चेहरा नहीं दिखेगा भाई। एक्चुअली थोड़ी तबीयत खराब है, इस करके मैं तैयार वगैरह नहीं होया, ठीक है ना। चलो सारे जने फटाफट पहले नंबर क्वेश्चन का उत्तर दो। ये कह रहा है कि 216 बटे 360, 216 बटे 360 निम्नतम पदों में बराबर है। मतलब ਇਹਦਾ ਕਹਿਣ ਦਾ ਮਤਲਬ ਇਹ ਹੈ ਕਿ ਇਹਨੂੰ ਜਦੋਂ ਕੱਟਿਆ ਜਾਏਗਾ ਤਾਂ ਫ੍ਰੈਕਸ਼ਨ ਦੇ ਵਿੱਚ ਕੀ ਬਣੇਗਾ, ਇਹ ਫ੍ਰੈਕਸ਼ਨ ਦੇ ਵਿੱਚ ਕੀ ਬਣੇਗਾ ਤੁਹਾਨੂੰ ਇਹ ਦੱਸਣਾ ਹੈ, ਠੀਕ ਹੈ ਨਾ। ਓਕੇ 216 ਬਟਾ 360 ਨੂੰ ਬਿਲਕੁਲ ਨੋਰਮਲ ਤਰੀਕੇ ਨਾਲ ਤੁਹਾਨੂੰ ਕੱਟਣਾ ਹੈ, ਬਿਲकुल। ਤਾਂ ਪਹਿਲਾ ਕੁਐਸਚਨ ਹੈ ਬਹੁਤ ਹੀ ਸਿੰਪਲ ਜਿਹਾ, ਆ ਦੇਖੋ 216 ਲਿਖਿਆ ਆਪਾਂ, ਥੱਲੇ ਲਿਖਾਂਗੇ 360, ਕਿੰਨਾ ਲਿਖਾਂਗੇ 360। ਹੁਣ ਇਹਨੂੰ ਸਿਰਫ ਕੱਟਣਾ ਹੈ। ਤੁਹਾਨੂੰ ਪਤਾ ਹੈ ਕਿ 216 360, ਜੇ ਤੁਹਾਨੂੰ ਨੋਰਮਲ ਪਤਾ ਹੈ ਤਾਂ ਤੁਸੀਂ ਇਹਨੂੰ ਕਿਹਦੇ ਨਾਲ ਕੱਟ ਸਕਦੇ ਹੋ, ਨੋਰਮਲ 2 ਨਾਲ ਕੱਟ ਸਕਦੇ ਹੋ ਨਾ, 2 ਨਾਲ ਬਿਲਕੁਲ ਕੱਟ ਸਕਦੇ ਹੋ। ਇਹਨੂੰ ਤੁਸੀਂ 3 ਨਾਲ ਵੀ ਕੱਟ ਸਕਦੇ ਹੋ। ਇਹ ਮੈਂ ਕੁਐਸਚਨ ਦੇਣ ਦੇ ਪਿੱਛੇ ਸਿਰਫ ਇੱਕ ਰੀਜ਼ਨ ਇਹ ਸੀਗਾ ਕਿ ਤੁਹਾਨੂੰ ਕੁਝ ਸਿਖਾਉਣਾ ਸੀਗਾ। ਕੀ ਸਿਖਾਉਣਾ ਸੀਗਾ? ਆ ਨਿਯਮ, ਭਾਗ ਦੇ ਨਿਯਮ, ਕਲੀਅਰ। ਭਾਗ ਦੇ ਨਿਯਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਡਿਵਾਈਡੇਸ਼ਨ ਰੂਲ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ 2 ਦੇ ਭਾਗ ਦੀ, ਤੇ 2 ਦੇ ਭਾਗ ਦਾ ਨਿਯਮ ਕੀ ਹੁੰਦਾ ਹੈ? ਬਸ ਸੰਖਿਆ ਜਿਹੜੀ ਹੈ, ਕਿਹੜੀ, ਜਿਹੜੀ ਸੰਖਿਆ ਹੈ ਉਹ ਸੰਖਿਆ ਕੀ ਹੋਣੀ ਚਾਹੀਦੀ ਆ, ਉਹ ਸੰਖਿਆ ਸਮ ਹੋਣੀ ਚਾਹੀਦੀ ਹੈ। ਕਿਹਦੇ ਵਿੱਚ ਹੋਣੀ ਚਾਹੀਦੀ ਆ? ਸਮ ਹੋਣੀ ਚਾਹੀਦੀ ਆ। ਇਜ਼ ਦੈਟ ਕਲੀਅਰ? ਸੰਖਿਆ ਕੀ ਹੋਣੀ ਚਾਹੀਦੀ ਆ? ਸਮ ਹੋਣੀ ਚਾਹੀਦੀ ਆ। ਬਸ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਮੈਂ ਕਿਹਦੇ ਨਾਲ ਕੱਟ ਸਕਦਾ, 2 ਨਾਲ ਕੱਟ ਸਕਦਾ। ਇਹ ਗੱਲ ਧਿਆਨ ਰੱਖਣਾ, ਬਸ ਸੰਖਿਆ ਸਮ ਹੋਣੀ ਚਾਹੀਦੀ ਹੈ। ਜਿਵੇਂ ਆ ਦੇਖੋ 6 ਪਿਛਲੇ ਬੰਨੇ ਸਮ ਹੈ ਨਾ, ਔਰ 0 ਵੀ ਦੇਖੋ ਪਿਛਲੇ ਬੰਨੇ ਕੀ ਹੈ, ਸਮ ਹੈ। ਯਾਨੀ ਆਪਾਂ ਕਹਿ ਸਕਦੇ ਹਾਂ ਕਿ ਇਹ ਰਕਮ 2 ਨਾਲ ਕੱਟ ਸਕਦੀ ਹੈ। ਫਿਰ ਦੇਖੋ
3 ਦੇ ਭਾਗ ਦਾ ਨਿਯਮ ਕੀ ਹੈ? 3 ਦੇ ਭਾਗ ਦਾ ਨਿਯਮ ਕੀ ਹੁੰਦਾ ਉਹ ਵੀ ਦੇਖ ਲਓ ਸਾਰੇ ਜਣੇ। ਆ ਦੇਖੋ ਧਿਆਨ ਨਾਲ, 3 ਦੇ ਭਾਗ ਦਾ ਨਿਯਮ ਕੀ ਹੈ? ਤਿੰਨ ਦੇ ਭਾਗ ਦਾ ਨਿਯਮ ਇਹ ਹੈ ਕਿ ਜਿਹੜੀ ਸੰਖਿਆ ਹੈ ਉਸ ਸੰਖਿਆ ਦੇ ਡਿਜਿਟ ਨੂੰ ਜੋੜ ਲਓ। ਡਿਜਿਟ ਨੂੰ ਕੀ ਕਰ ਲਓ? ਜੋੜ ਲਓ। ਕਲੀਅਰ ਹੈ ਇਸ ਦੈਟ ਕਿ ਤੁਸੀਂ ਸੰਖਿਆ ਦੇ ਜਿਹੜੇ ਡਿਜਿਟ ਨੇ ਉਹਨਾਂ ਨੂੰ ਜੋੜ ਲਓ ਔਰ ਜੋੜ ਕੇ ਕੀ ਦੇਖਣਾ ਹੈ ਕਿ ਜਿਹੜਾ ਉਹ ਜੋੜ ਆਇਆ ਹੈ ਉਹ ਜੋੜ 3 ਦੇ ਨਾਲ ਡਿਵਾਈਡ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ। ਕਲੀਅਰ? ਆ ਦੇਖੋ ਧਿਆਨ ਨਾਲ, ਮੈਨੂੰ ਪਤਾ ਲੱਗ ਗਿਆ ਕਿ ਇਹ 2 ਨਾਲ ਕੱਟੇਗਾ, ਲੇਕਿਨ ਦੇਖੋ ਮੈਂ ਦੇਖਣਾ ਚਾਹਣਾ ਕਿ ਇਹ 3 ਨਾਲ ਕੱਟ ਸਕਦਾ ਹੈ ਕਿ? ਆ ਦੇਖੋ 6 ਤੇ 2 8 ਤੇ 1 9, ਆ ਇਹਨਾਂ ਦਾ ਜਿਹੜਾ ਜੋੜ ਹੈ ਇਹ 9 ਆਇਆ। ਕੀ ਆ ਗਿਆ? 9 ਆ ਗਿਆ। ਇਜ਼ ਦੈਟ ਕਲੀਅਰ? ਹੁਣ ਇਹਨਾਂ ਦਾ ਜਿਹੜਾ ਜੋੜ 9 ਆਇਆ ਹੈ, ਇਸ 9 ਦੇ ਵਿੱਚ 3 ਦਾ ਭਾਗ ਦੇ ਸਕਦੇ ਹਾਂ ਆਪਾਂ? ਪਲੀਜ਼ ਗਾਈਜ਼ ਤੁਸੀਂ ਕੋਈ ਵੀ ਚਰਚਾ ਨਾ ਕਰੋ, ਕੋਈ ਦਿੱਕਤ ਨਹੀਂ ਗਾ। ਦੇਖੋ ਡਿਸਲਾਈਕ ਕਰਨ ਵਾਲਿਆਂ ਨੂੰ ਡਿਸਲਾਈਕ ਕਰਨ ਲੈਣ ਦਿਓ, ਲਾਈਕ ਕਰਨ ਵਾਲਿਆਂ ਨੂੰ ਲਾਈਕ ਕਰਨ ਲੈਣ ਦਿਓ। ਤੁਹਾਨੂੰ ਜੇਕਰ ਬਹੁਤ ਵਧੀਆ ਲੱਗ ਰਿਹਾ ਕਲਾਸ ਤਾਂ ਤੁਸੀਂ ਸਿਰਫ ਸਿੱਖੋ, ਮੈਨੂੰ ਲਾਈਕ ਔਰ ਡਿਸਲਾਈਕ ਨਾਲ ਕੋਈ ਮਤਲਬ ਨਹੀਂ ਗਾ। ਤੁਸੀਂ ਸਿਰਫ ਕਲਾਸ ਲਾਓ ਤੇ ਅੱਗੇ ਵਧੋ बस। बाकी ये लाइक देखो, जब जब किसी इंसान पर दुनिया हंसी है तब तब उस इंसान ने क्या रचा है? इतिहास रचा है। ਤੁਸੀਂ ਇਹੀ ਸੋਚ ਕੇ ਚੱਲੋ ਕਿ ਆਪਾਂ ਨੂੰ ਲਾਈਕ ਡਿਸਲਾਈਕ ਨਾਲ ਕੋਈ ਲੈਣਾ ਦੇਣਾ ਨਹੀਂਗਾ। ਅੱਜ ਅੰਬਾਨੀ ਦੇ ਵੀ ਕੀ ਨੇ? ਫਲੋਵਰਸ ਨੇ, ਔਰ ਅੱਜ ਅੰਬਾਨੀ ਦੇ ਡਿਸਲਾਈਕਰ ਨਹੀਂ ਵੇ, ਹੈ ਨਾ। ਅੱਜ ਮੋਦੀ ਦੇ ਵੀ ਕੀ ਹੈ? ਫਲੋਵਰਸ ਨੇ ਤੇ ਮੋਦੀ ਦੇ ਡਿਸਲਾਈਕਰ ਨੇ। ਤੇ ਇਸ ਕਰਕੇ ਇਸ ਚੀਜ਼ਾਂ ਨੂੰ ਛੱਡੋ, ਸਿਰਫ ਜਿਹੜਾ ਕੁਐਸਚਨਸ ਕਰਵਾ ਰਿਹਾ, ਜਿਹੜੀ ਚੀਜ਼ ਦੱਸ ਰਿਹਾ ਉਹਨੂੰ ਸਿੱਖੋ, ਦੈਟ ਇਜ਼ ਗੁੱਡ। ਚਲੋ ਪਹਿਲਾ ਨਿਯਮ ਮੈਂ ਇਹ ਦੱਸਿਆ ਭਾਗ ਦਾ ਕਿ ਸੰਖਿਆ ਜੇਕਰ ਸਮ ਹੈ ਤਾਂ ਉਹਦੇ ਵਿੱਚ 2 ਦਾ ਭਾਗ ਦਿਓ। ਜੇ ਸੰਖਿਆ ਦੇ ਡਿਜਿਟ ਨੂੰ ਜੋੜ ਜਿਹੜਾ ਹੈ, ਆ ਦੇਖੋ ਸੰਖਿਆ ਦੇ ਡਿਜਿਟ ਦਾ ਮੈਂ ਜੋੜ ਕੀਤਾ ਤੇ ਕਿੰਨਾ ਆਇਆ? 9 ਆਇਆ ਨਾ। 9 ਯੈਸ ਜਾਂ ਨੋ? ਆਪਣਾ ਜੋੜ ਆਇਆ 9। ਇਸ 9 ਦੇ ਵਿੱਚ 3 ਦਾ ਭਾਗ ਦਿੰਦਾ ਹੈ ਕਿ ਨਹੀਂ ਦਿੰਦਾ ਹੈ? ਜਾਂਦਾ ਹੈ ਸਰ। ਇਸ ਕਰਕੇ ਆਪਾਂ ਇਸ ਸੰਖਿਆ ਦੇ ਵਿੱਚ ਵੀ 3 ਦਾ ਭਾਗ ਦੇ ਸਕਦੇ ਹਾਂ। ਬਟ ਜਦੋਂ ਆਪਾਂ ਕਿਸੇ ਸੰਖਿਆ ਨੂੰ ਕੱਟਦੇ ਹਾਂ ਤਾਂ ਉਹ ਉੱਪਰ ਵਾਲੀ ਵੀ ਉਸੇ ਸੰਖਿਆ ਨਾਲ ਕੱਟੇ ਤੇ ਥੱਲੇ ਵਾਲੀ ਵੀ ਕੱਟੇ। ਹੁਣ ਚੈੱਕ ਕਰੋ, 6 ਤੇ 3 ਕਿੰਨੇ ਹੁੰਦੇ ਨੇ? 9। ਇਹ ਵੀ 3 ਦੇ ਵਿੱਚ ਭਾਗ ਜਾ ਸਕਦਾ ਹੈ। ਤੇ 3 ਦੇ ਭਾਗ ਦਾ ਨਿਯਮ ਸਮਝ ਵਿੱਚ ਆ ਗਿਆ ਕਿ ਨਹੀਂ ਆ ਗਿਆ? ਕਿ 3 ਦੇ ਭਾਗ ਦਾ ਨਹੀਂ ਮੰਨੀ ਸਿੰਘ ਜੀ, ਮੈਂ ਮੋਦੀ ਦਾ ਭਗਤ ਨਹੀਂ ਵੀ ਹਾਂ ਔਰ ਹਾਂ ਵੀ, ਠੀਕ ਹੈ ਨਾ। ਇਸ ਕਰਕੇ ਇਹਨੂੰ ਨਾ ਜੋੜੋ, ਤੁਸੀਂ ਸਿਰਫ ਸਿੱਖੋ। ਇੱਧਰ 216 ਦੇ ਵਿੱਚ 3 ਦਾ ਭਾਗ ਜਾ ਰਿਹਾ ਹੈ। ਹੁਣ ਦੇਖੋ 3 ਦੀ ਗੱਲ ਕਰ ਰਹੇ ਸੀ, ਇੱਥੇ ਆਪਾਂ 9 ਦੀ ਗੱਲ ਵੀ ਜੋੜ ਦਿੰਦੇ ਹਾਂ। 9 ਦੇ ਭਾਗ ਦਾ ਨਿਯਮ ਕੀ ਹੈ ਕਿ ਸੰਖਿਆ ਦੇ ਡਿਜਿਟ ਦਾ ਜਿਹੜਾ ਜੋੜ ਹੈ, ਜੇ ਉਹ 9 ਦੇ ਵਿੱਚ ਭਾਗ ਚਲਾ ਜਾਵੇ ਤਾਂ ਉਹ ਸੰਖਿਆ 9 ਨਾਲ ਵਿਭਾਜਿਤ ਹੋਏਗੀ। ਆਹ ਦੇਖੋ ਹੁਣ 6 ਤੇ 2 8 ਤੇ 1 9, ਇਸ 9 ਦੇ ਵਿੱਚ 9 ਦਾ ਭਾਗ ਜਾ ਰਿਹਾ ਕਿ ਨਹੀਂ ਜਾ ਰਿਹਾ? ਜਾ ਰਿਹਾ ਸਰ। ਇਹਦਾ ਮਤਲਬ ਹੈ ਇਹ 9 ਨਾਲ ਵੀ ਵਿਭਾਜਿਤ ਹੈ। ਇਜ਼ ਦੈਟ ਕਲੀਅਰ? ਉਸੇ ਤਰ੍ਹਾਂ ਇੱਥੇ ਦੇਖੋ 6 ਤੇ 9, 9 ਦੇ ਵਿੱਚ 9 ਦਾ ਭਾਗ ਵੀ ਜਾ ਰਿਹਾ, ਇਹਦਾ ਮਤਲਬ ਹੈ ਇਹ 9 ਨਾਲ ਵੀ ਵਿਭਾਜਿਤ ਹੈ। ਇਹ 3 ਨਿਯਮ ਸਮਝ ਆਏ ਕਿ ਨਹੀਂ ਆਏ ਸਾਰਿਆਂ ਨੂੰ? ਪਹਿਲੀ ਗੱਲ ਦੱਸੋ। ਦੁਬਾਰਾ ਫਿਰ ਦੇਖੋ, ਮੈਂ ਤੁਹਾਨੂੰ ਦੱਸ ਰਿਹਾ ਵਾਂ ਭਾਗ ਦੇ ਜਿਹੜੇ ਨਿਯਮ ਹੁੰਦੇ ਨੇ ਉਹਨਾਂ ਵਿੱਚ ਮੈਂ ਤੁਹਾਨੂੰ 3 ਨਿਯਮ ਦੱਸੇ ਹਜੇ। ਪਹਿਲਾ ਨਿਯਮ ਇਹ ਦੱਸਿਆ ਵੀ 2 ਦਾ ਭਾਗ ਕਿੱਥੇ ਜਾ ਸਕਦਾ ਹੈ? ਜੇਕਰ ਕੋਈ ਸੰਖਿਆ ਸਮ ਹੈ ਤੇ ਉਹਦੇ ਵਿੱਚ 2 ਦਾ ਭਾਗ ਜਾ ਸਕਦਾ ਹੈ। ਔਰ 3 ਤੇ 2 ਦੇ ਭਾਗ ਦਾ ਨਿਯਮ ਕੀ ਹੈ? 3 ਤੇ 9 ਦੇ ਭਾਗ ਦਾ ਨਿਯਮ। 3 ਤੇ 9 ਦੇ ਭਾਗ ਦਾ ਨਿਯਮ ਇਹ ਹੈ ਕਿ ਸੰਖਿਆ ਦੇ ਅੱਖਰਾਂ ਨੂੰ ਜੋੜੋ। ਜਿਵੇਂ ਦੇਖੋ ਮੈਂ ਪੁੱਛਿਆ ਤੁਹਾਨੂੰ 5 3 2 1 4 ਦੇ ਵਿੱਚ ਕੀ 3 ਦਾ ਭਾਗ ਜਾ ਸਕਦਾ ਹੈ? ਤਾਂ ਤੁਸੀਂ ਸਿਰਫ ਕੀ ਕਰੋ, 5 ਤੇ 3 8, 8 ਤੇ 2 10, 10 ਤੇ 1 11, 11 ਤੇ 4 ਕਿੰਨੇ ਹੁੰਦੇ ਨੇ? 15। 15 ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਸਰ 3 ਦਾ ਭਾਗ ਜਾ ਸਕਦਾ ਹੈ। ਇਹਦਾ ਮਤਲਬ ਇਸ ਸੰਖਿਆ ਦੇ ਵਿੱਚ ਵੀ ਕਿਹਦਾ ਭਾਗ ਜਾ ਸਕਦਾ ਹੈ? 3 ਦਾ ਭਾਗ ਜਾ ਸਕਦਾ ਹੈ। ਇਜ਼ ਦੈਟ ਕਲੀਅਰ? ਜੇ ਮੈਂ ਤੁਹਾਨੂੰ ਪੁੱਛਾਂ ਕਿ ਇਹਦੇ ਵਿੱਚ 9 ਦਾ ਭਾਗ ਜਾ ਸਕਦਾ ਹੈ ਤਾਂ ਤੁਹਾਨੂੰ ਪਤਾ ਹੈ ਸਰ ਜੋੜ 15 ਆਇਆ ਸੀ ਔਰ 15 ਦੇ ਵਿੱਚ 9 ਦਾ ਭਾਗ ਨਹੀਂ ਜਾਂਦਾ, ਮਤਲਬ ਇਸ ਸੰਖਿਆ ਦੇ ਵਿੱਚ 9 ਦਾ ਭਾਗ ਤਾਂ ਨਹੀਂ ਜਾਏਗਾ। ਇੰਨੀ ਗੱਲ ਸਾਰਿਆਂ ਨੂੰ ਬੜੇ ਹੀ ਆਰਾਮ ਨਾਲ ਸਮਝ ਆ ਗਈ ਕਿ ਨਹੀਂ ਆਈ?
फटाफट दसो भी। फटाफट दसो सारे जने कि 3 ਦੇ ਭਾਗ ਦਾ ਨਿਯਮ ਤੇ 9 ਦੇ ਭਾਗ ਦਾ ਨਿਯਮ समझ आ गया सारिਆਂ ਨੂੰ। ओके आ गया। सो गाइज तुसी ਜਿਹੜੇ ਬੇਤੁਕੇ स्टूडेंट्स ने उन्होंने इग्नोर करो, ठीक है ना। तुसी सिर्फ ये देखो कि तुसी पढ़ रहे हो बस, दैट्स ऑल। और बाकी मैं हाई अथॉरिटी ਨੂੰ ਇਹ ਕਹਿਣਾ ਚਾਹੁੰਦਾ ਵਾਂ कि ਉਹ प्लीज़ ਜਿਹੜੇ भी स्टूडेंट्स खराब कर रहे हैं उन्होंने रिमूव करो, दैट्स ऑल। हाँ जी नेहा भगत ਤੁਹਾਨੂੰ क्लीयर कर रहा मैं, देखो ध्यान नाल मैं ये दसना चाਹੁੰਦਾ ਵਾਂ कि भाग ਦੇ ਜਿਹੜੇ नियम ਹੁੰਦੇ ਨੇ ਨਾ ਉਹਨਾਂ ਦੇ ਵਿੱਚ 2 ਦੇ ਭਾਗ ਦਾ ਨਿਯਮ ਕੀ ਹੈ। ਤੁਹਾਨੂੰ ਜੇਕਰ ਮੈਂ ਪੁੱਛ ਲਾਂ कि इस संख्या ਦੇ ਵਿੱਚ 2 ਦਾ ਭਾਗ ਜਾਏਗਾ कि सिर्फ ਇੰਨਾ ਹੀ ਪੁੱਛਾਂ यस और नो, ਤਾਂ ਤੁਸੀਂ ਸਿਰਫ ਇਹਦਾ ਲਾਸਟ ਅੱਖਰ ਦੇਖਣਾ ਹੈ कि ਇਹ ਸਮ ਹੈ ਕਿ ਹਾਂਜੀ ਸਮ ਹੈ ਜੀ, दैट्स ऑल। कि ਇਹਦੇ ਵਿੱਚ 2 ਦਾ ਭਾਗ ਜਾਏਗਾ। इज दैट क्लीयर। 3 ਤੇ 9 ਦਾ ਭਾਗ ਕੀ ਹੈ। 3 ਤੇ 9 ਦੇ ਭਾਗ ਦਾ ਨਿਯਮ ਕੀ ਦੱਸਿਆ ਮੈਂ। 3 ਤੇ 9 ਦੇ ਭਾਗ ਦਾ ਨਿਯਮ ਮੈਂ ਆ ਦੱਸਿਆ, ਜਿਵੇਂ ਦੇਖੋ ਮੈਂ ਤੁਹਾਨੂੰ ਪੁੱਛਿਆ 6 4 3 4 9 2 ਇਹਦੇ ਵਿੱਚ 3 ਦਾ ਭਾਗ ਜਾ ਸਕਦਾ ਹੈ ਕਿ ਨਹੀਂ। ਮੈਂ ਸਿਰਫ ਇੰਨਾ ਹੀ ਪੁੱਛ ਰਿਹਾ ਤੁਹਾਨੂੰ, ਤਾਂ ਤੁਸੀਂ ਸਿਰਫ ਕੀ ਕਰੋਗੇ, ਇਹਨਾਂ ਸੰਖਿਆ ਦਾ ਜੋੜ ਕਰੋ ਡਿਜਿਟ ਦਾ। 6 4 10 10 3 13 13 ਤੇ 4 17 17 ਤੇ 9 ਕਿੰਨੇ ਹੋ ਗਏ, 17 ਤੇ 9 26 26 ਤੇ 2 ਕਿੰਨੇ ਹੋ ਗਏ 28, ਕਿੰਨਾ ਹੋ ਗਿਆ 28। ਯਾਨੀ ਆਪਾਂ ਨੂੰ ਪਤਾ ਲੱਗ ਗਿਆ ਕਿ ਜੋੜ ਜਿਹੜਾ 28 ਹੈ ਇਸ 28 ਦੇ ਵਿੱਚ 3 ਦਾ ਭਾਗ ਨਹੀਂ ਜਾ ਸਕਦਾ। ਨਹੀਂ ਜਾ ਸਕਦਾ ਨਾ, ਜੇ 28 ਦੇ ਵਿੱਚ 3 ਦਾ ਭਾਗ ਨਹੀਂ ਜਾ ਸਕਦਾ ਤੇ ਇਹਦਾ ਮਤਲਬ ਇਸ ਸੰਖਿਆ ਦੇ ਵਿੱਚ ਵੀ 3 ਦਾ ਭਾਗ ਨਹੀਂ ਜਾਏਗਾ। ਆ ਗਿਆ ਸਮਝ ਵਿੱਚ। ਉਸ ਤੋਂ ਬਾਅਦ ਵਿੱਚ ਜੇ ਮੈਂ ਤੁਹਾਨੂੰ ਕਹਾਂ ਕਿ 9 ਦਾ ਭਾਗ ਜਾਏਗਾ ਇਸ ਸੰਖਿਆ ਵਿੱਚ, ਤਾਂ ਤੁਸੀਂ ਕੀ ਕਹੋਗੇ ਕਿ ਸਰ ਸੰਖਿਆ ਦਾ ਜੋੜ 28 ਆ ਰਿਹਾ ਹੈ ਔਰ 28 ਦੇ ਵਿੱਚ 9 ਦਾ ਭਾਗ ਨਹੀਂ ਜਾਂਦਾ, ਮਤਲਬ ਸਰ ਇਸ ਸੰਖਿਆ ਦੇ ਵਿੱਚ ਵੀ 9 ਦਾ ਭਾਗ ਨਹੀਂ ਜਾਏਗਾ। ਇੱਥੋਂ ਤੱਕ ਕਲੀਅਰ ਹੋ ਗਿਆ ਸਾਰਿਆਂ ਨੂੰ, ਦੱਸੋ ਵੀ। ਮੈਂ ਤੁਹਾਨੂੰ ਸਿਰਫ ਇਹ ਦੱਸਿਆ 3 ਦੇ ਭਾਗ ਦਾ ਨਿਯਮ ਅਤੇ 9 ਦੇ ਭਾਗ ਦਾ ਨਿਯਮ ਦੋਨੋਂ ਸੇਮ ਨੇ, ਬਸ ਫਰਕ ਇਹ ਹੈ ਕਿ ਜਿਹੜੀ ਸੰਖਿਆ ਦਿੱਤੀ ਹੋਏਗੀ ਉਸ ਸੰਖਿਆ ਦੇ ਜੋੜ ਦੇ ਵਿੱਚ 3 ਦਾ ਔਰ 9 ਦਾ। ਇਜ਼ ਦੈਟ ਕਲੀਅਰ। ਬਹੁਤ ਵਧੀਆ। ਚਲੋ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਕੁਐਸਚਨ ਹੋਰ ਪੁੱਛਦਾ। 5 6 7 9 8 7 ਦੇ ਵਿੱਚ ਕੀ 9 ਦਾ ਭਾਗ ਜਾਏਗਾ, ਦੱਸੋ। ਸਿਰਫ ਦੱਸਣਾ ਹੈ ਕਿ 9 ਦਾ ਭਾਗ ਜਾਏਗਾ। ਫਟਾਫਟ ਦੱਸੋ ਸਾਰੇ ਜਣੇ। ਨੌ ਦਾ ਭਾਗ ਜਾਏਗਾ ਇਸ ਸੰਖਿਆ ਦੇ ਵਿੱਚ। नहीं, चलो चेक कर लेने। 5 ਤੇ 6 11 ਤੇ 7 18 18 ਤੇ 8 26 26 ਤੇ 9 35 35 ਤੇ 7 42। ਆਪਾਂ ਨੂੰ ਪਤਾ ਹੈ 42 ਆਇਆ ਜੀ ਇਹਨਾਂ ਦਾ ਸਮ ਟੋਟਲ, ਔਰ 42 ਦੇ ਵਿੱਚ 9 ਦਾ ਭਾਗ ਨਹੀਂ ਜਾਂਦਾ। ਇਹਦਾ ਮਤਲਬ ਹੈ ਇਸ ਸੰਖਿਆ ਦੇ ਵਿੱਚ ਵੀ 9 ਦਾ ਭਾਗ ਨਹੀਂ ਜਾਏਗਾ। ਆ ਗਿਆ ਨਾ ਸਮਝ ਵਿੱਚ ਸਾਰਿਆਂ ਨੂੰ। ਬਹੁਤ ਵਧੀਆ। ਚਲੋ ਜੀ ਹੁਣ ਆਪਾਂ ਇਸ ਕੁਐਸਚਨ ਨੂੰ ਕਰਦੇ ਹਾਂ। ਇਸ ਕੁਐਸਚਨ ਨੂੰ ਕਿਹਾ ਸੀਗਾ ਕਿ 216 ਬਟੇ 360 ਦਾ ਸਰਲਤਮ ਰੂਪ ਦੱਸੋ। ਆਪਾਂ ਨੂੰ ਪੁੱਛਿਆ 216 ਬਟੇ 360 ਦੇ ਵਿੱਚ ਭਾਗ ਦੇਣਾ ਹੈ। ਹੁਣ ਜੇ ਤੁਹਾਨੂੰ ਪਤਾ ਲੱਗ ਰਿਹਾ ਕਿ ਸਰ ਮੈਨੂੰ ਕਲੀਅਰ ਹੋ ਰਿਹਾ ਹੈ ਕਿ ਇਹਦੇ ਵਿੱਚ 9 ਦਾ ਭਾਗ ਜਾ ਰਿਹਾ ਹੈ, ਫਿਰ ਤਾਂ ਤੁਸੀਂ 9 ਨਾ ਕੱਟੋ। ਨਹੀਂ ਤਾਂ ਬਈ ਤੁਹਾਡੇ ਵਾਸਤੇ ਸਭ ਤੋਂ ਬੈਸਟ ਤਰੀਕਾ ਇਹ ਹੈ ਕਿ ਤੁਸੀਂ ਬਿਲਕੁਲ ਛੋਟੀ ਰਕਮ ਤੋਂ ਕੱਟਣਾ ਸ਼ੁਰੂ ਕਰੋ। 2 ਏਕਮ 2 2 8 16, ਇੱਧਰ ਵੀ 2 ਏਕਮ 2 2 8 16, ਅੱਗੇ 0 ਆ ਗਿਆ। ਫਿਰ ਤੁਹਾਨੂੰ ਪਤਾ ਹੈ ਸਰ 2 ਨਾਲ ਕੱਟ ਰਿਹਾ, ਆਲੋ ਜੀ 2 5 10 2 ਚੌਕੇ 8 2 ਨਿਮ 18 0। ਸਰ ਹੁਣ ਪਤਾ ਲੱਗ ਗਿਆ ਜੀ ਇਹ 9 ਨਾਲ ਕੱਟ ਰਿਹਾ ਹੈ। 9 ਏਕਮ 9 9 ਛਿਕ 54, ਯਾਨੀ ਸਰ ਉੱਪਰ ਆ ਗਿਆ 6 ਥੱਲੇ ਆ ਗਿਆ 10। ਸਰ ਇਹ ਹੋਰ ਕੱਟ ਰਿਹਾ, ਕੱਟ ਦਿਓ 2 ਤੀਏ 6 2 5 10। ਸਰ ਹੁਣ ਨਹੀਂ ਕੱਟ ਰਿਹਾ, ਬਸ ਇਹ ਇਹਦਾ ਸਰਲਤਮ ਰੂਪ ਹੋਇਆ ਕਿ ਨਹੀਂ ਹੋਇਆ। ਯਾਨੀ ਮੇਰਾ ਆਨਸਰ ਕੀ ਆਏਗਾ 3/5।
दसो भी सारे जने आ गया समझ विच कटना। सरलतम रूप इनू ही कहा जाता है कि बराबर विच मतलब आपां नूं बटे विच रकम दसनी है की आएगी। चलो जी नैक्सट क्वेश्चन की कह रहा है, देखो नैक्सट क्वेश्चन कह रहा है 86.04 ਦੇ ਵਿੱਚ ਕਿਹਦਾ ਭਾਗ ਦੇਣਾ ਹੈ 4000 ਦਾ ਭਾਗ ਦੇਣਾ ਹੈ। ਠੀਕ ਹੈ ਜੀ, ਹੁਣ 4000 ਦਾ ਜਿਹੜਾ ਭਾਗ ਦੇਣਾ ਹੈ ਉਹਦੇ ਵਿੱਚ ਆਪਾਂ ਨੂੰ ਇਹ ਦੇਖਣਾ ਹੈ ਕਿ ਉੱਪਰ ਪੁਆਇੰਟ ਤੋਂ ਬਾਅਦ ਦੋ ਸੰਖਿਆ ਹੈ, ਪੁਆਇੰਟ ਤੋਂ ਬਾਅਦ ਕਿੰਨੀ ਡਿਜਿਟ ਹੈ 2 ਡਿਜਿਟ ਹੈ। ਹੁਣ ਦੇਖੋ ਪੁਆਇੰਟ ਤੋਂ ਬਾਅਦ ਜਿੱਥੇ ਪੁਆਇੰਟ ਹਟਦਾ ਹੈ ਉੱਥੇ 2 ਡਿਜਿਟ ਦਾ ਥੱਲੇ ਕੀ ਲੱਗ ਜਾਂਦਾ ਹੈ 0। ਇਹ ਵੀ ਗੱਲ ਤੁਹਾਨੂੰ ਸਮਝ ਆ ਗਈ ਹੋਏਗੀ। ਹਾਂਜੀ ਸੁਖਕੌਰ ਬਿਲकुल क्वेश्चन ਨੂੰ ਸੌਖਾ ਕਰਨਾ ਹੁੰਦਾ ਹੈ, ਇਹਦਾ ਮਤਲਬ ਇਹ ਹੁੰਦਾ ਹੈ। ਹੁਣ ਦੇਖੋ 86.04 ਹੈ, ਥੱਲੇ ਮੈਂ ਲਿਖਤਾ ਸੀ 4000 ਔਰ ਪੁਆਇੰਟ ਤੋਂ ਬਾਅਦ 2 0 ਜੇਕਰ ਕੱਟੇਗੀ ਤਾਂ ਅੱਗੇ ਕੀ ਆਏਗਾ 00, ਥੱਲੇ 00 ਆਏਗਾ, ਪਤਾ ਹੈ ਨਾ। ਔਰ ਜੇ ਥੱਲੇ 0 ਪੁਆਇੰਟ ਲੱਗਿਆ ਹੋਏਗਾ ਤਾਂ ਉੱਪਰ 100 ਜਾਏਗਾ। ਹੁਣ ਤੁਸੀਂ ਕੀ ਕਰਨਾ ਹੈ, ਹੁਣ ਤੁਸੀਂ ਤੁਹਾਨੂੰ ਪਤਾ ਹੈ ਕਿ ਇਹ ਰਕਮ ਮੈਂ 4 ਨਾਲ ਕੱਟ ਸਕਦਾ। ਆ ਲਓ ਜੀ 4 ਏਕਮ 4, 4 दूनी 8, 4 ਏਕਮ 4, ਪਿੱਛੇ ਰਹਿ ਗਏ 2, 4 5 20 ਤੇ 4 ਏਕਮ 4। ਮੇਰੇ ਕੋਲੇ ਆ ਗਿਆ 2151। ਕਿੰਨਾ ਆ ਗਿਆ 2151। ਔਰ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ 2151 ਦੇ ਥੱਲੇ ਕਿਹਦਾ ਭਾਗ ਦੇਣਾ ਹੈ 1 1 0 2 0 3 0 4 0 ਤੇ 5 0 ਦਾ ਭਾਗ ਦੇਣਾ ਹੈ। ਕਿੰਨੇ 0 ਦਾ 5 ਜ਼ੀਰੋਆਂ ਦਾ। ਯਾਨੀ ਆਪਾਂ ਨੂੰ ਪਤਾ ਹੈ ਕਿ ਉੱਥੇ 2151 ਤਾਂ ਆਏਗਾ ਨਾ ਕੁਐਸਚਨ ਦੇ ਵਿੱਚ, ਇੱਥੇ ਨਹੀਂ ਹੈ 2151, ਇੱਥੇ ਵੀ ਨਹੀਂ ਹੈ 2151, ਇੱਥੇ ਵੀ ਨਹੀਂ ਹੈ 2151, ਇਹਦੇ ਵਿੱਚ ਹੈ, ਮਤਲਬ ਆ ਆਪਣਾ ਕੀ ਆ ਜਾਏਗਾ ਆਨਸਰ। ਬਟ ਜੇ ਮੰਨ ਲਓ 2151 ਦੇ 2-3 ਹੋਰ ਰੂਲ ਹੁੰਦੇ ਤਾਂ ਤੁਸੀਂ ਇਹਨੂੰ ਕਿਵੇਂ ਸੋਲਵ ਕਰੋਗੇ, ਇਹ ਸਭ ਤੋਂ ਇੰਪੋਰਟੈਂਟ ਹੈ। ਤੇ ਦੇਖੋ 1 0 ਨਾਲ ਆ ਗਿਆ, 1 0 ਨਾਲ ਆ 5 ਗਿਆ, ਇਸ 0 ਨਾਲ 1 ਗਿਆ, ਇਸ 0 ਨਾਲ ਆ 2 ਗਿਆ। यानी कहने का मतलब अपने को सिर्फ 10 बचा, मतलब ये अगे 0 ला के फिर की ला दो पॉइंट, तो मेरा आंसर की आ जाएगा 0.02151। यस और नो दसो भी सारे जने, समझ आया कि नहीं आया सारे नू? यस और नो फटाफट दसो भी सारे जने। पहली गल समझ आ गई सारिਆਂ ਨੂੰ? नेहा भगत ਆਪਾਂ ਨੂੰ ਕਿਹਾ ਗਿਆ ਸੀ, ਇਹਨੇ ਦੇਖੋ ਆਪਾਂ ਨੂੰ 86.04 ਇਹ ਕਿਹਾ ਗਿਆ। ਓਨਲੀ ਐਜੂਕੇਸ਼ਨ ਪਲੀਜ਼ ਰਿਮੂਵ ਦਿਸ ਸੈਸ਼ਨ। ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ व्हाट इज दिस? यू मे गो नाउ। मैं फिर हाई अथॉरिटी ਨੂੰ एक गल कहना चाहना वा कि ਜਿਹੜੇ स्टूडेंट्स खराब कर रहे हैं उन्होंने प्लीज रिमूव कर दो। यस गाइस दोबारा देखो 86.04 थले की लिखा हुआ है 4000, आ लिखा हुआ अपने कोले 4000 इन्ना लिखा हुआ सी अपने कोले। हुण आपां नूं इनू की करना है सरलीकरण करना है। की करना है सरलीकरण, जिन्हों कहते हैं छोटा करना सौखा करना। तुहानू सारिਆਂ ਨੂੰ पता है जे मैं इत्थे लिखिया 0.45 तुसी भिन्न बनाने वास्ते पिन बनाने वास्ते पॉइंट हटाओगे ना, ये जो पॉइंट हटेगा तो थले की लग जाएगा 100, क्योंकि पॉइंट के बाद दो संख्या ने और जो पॉइंट के बाद दो संख्या होंदियां ने तो आपां उत्थे की लाने ने जीरो, की लाने ने आपां जीरो, इत्थे की आ जाएगा 100 आ जाएगा। की आ जाएगा 100। उस तरह इत्थे देखो पॉइंट तो बाद अपने कोले दो संख्या सी तो आपां अगे की ला देंगे 100, यानी 2 बार जीरो ला देंगे। इनू 100 कहा जाता है भी तुसी 4000 इंटू 100 भी लिखोगे गल तो एक ही है ना। तो ये पॉइंट हट गया। हुण इस नू कटोगे तो आपां नू पता है 4 एकम 4 और 4 दूनी 8, 4 एकम 4 पिछे रह गए 2, 4 5 20 ते 4 एकम 4, तो अपना आंसर की आएगा 2151 आ जाएगा। कितना आ जाएगा 2151। हुण आपां नू की करना है कि 2151 दे विच किहदा भाग देना है 1 लाख दा, है ना। तो देखो इस जीरो ना आ कट गया, इस जीरो ना आ
इस जीरो ना आ और इस जीरो ना आ, यानी कहने का मतलब है 4 जीरोआं का मतलब है 4 डिजिट तो आउणगे ही आउणगे वाले, और इस 10 का मतलब है कि अगे जीरो ला के फिर अगे की ला दो पॉइंट, यदा मतलब हो गया कि मेरा आंसर की आएगा 0.02151। दसो भी हुण समझ आ गया कि नहीं आया? हुण समझ आ गया कि नहीं आया सारिਆਂ ਨੂੰ? यस और नो फटाफट दसो। ओके हुण आ गया समझ, बहुत वधिया। नेहा तुहानू भी समझ आ गया होएगा? हाँ जी, ये हुण कल वाले क्वेश्चन आ गए। ये ਜਿਹੜੇ दो क्वेश्चन सी पिछे वाले, ये दोनों क्वेश्चन सिर्फ ਤੁਹਾਨੂੰ ਸਮਝਾਉਣੇ ਸੀਗੇ क्योंकि ਇਹੋ ਜਿਹਾ क्वेश्चन भी ਤੁਹਾਡੇ पेपर ਦੇ ਵਿੱਚ ਪੁੱਛ ਲੈਂਦਾ ਹੈ ਆਪਾਂ ਨੂੰ। यस जी, क्वेश्चन नंबर 3rd एंड 4th। क्वेश्चन नंबर 3rd एंड 4th फटाफट दसो। ये मैं कल कराया ਆਪਾਂ ਨੂੰ, कल करवाया सी ਤੁਹਾਨੂੰ मैं ਸਾਰਿਆਂ ਨੂੰ। तीजा नंबर क्वेश्चन चौथा ਤੁਹਾਨੂੰ ਸਾਰਿਆਂ ਨੂੰ ਕੱਲ मैं दसिया ਸੀਗਾ, बाकी जने आंसर दो। ਜਿਹੜੇ ਬੱਚੇ ਨਵੇਂ ਆਏ ਨੇ ਉਹ ਸਿਰਫ ਦੇਖੋ, ਜਦੋਂ ਵੀ ਤੁਹਾਨੂੰ ਐ ਪੁੱਛਦਾ ਹੈ ਕਿ ਸਭ ਤੋਂ ਵੱਡੀ ਭਿੰਨ ਕੀ ਹੈ, ਸਭ ਤੋਂ ਵੱਡੀ ਭਿੰਨ ਕੀ ਹੈ ਜਾਂ ਸਭ ਤੋਂ ਛੋਟੀ ਭਿੰਨ ਕੀ ਹੈ, ਐਵੇਂ ਪੁੱਛਦਾ ਹੈ ਤਾਂ ਤੁਸੀਂ ਕੀ ਕਰਨਾ ਹੈ। ਦੇਖੋ ਹੁਣ ਆ ਦੇਖੋ 6/7 ਲਿਖਤਾ मैं, आ 4/5 लिखता मैं, आ 5/6 लिखता मैं और आ 7/8 लिखता। यानी इन्हां दे विच्चों दसना आपां नूं कि किहड़ी वड्डी है ते किहड़ी छोटी है। तुसीं ट्रिक भुल जाओ, सिर्फ एक लॉजिक याद रखो। जिहड़े बच्चे अज ही आए ने तुसीं सिर्फ एक लॉजिक याद रखो कि जदों भी इहो जिहा क्वेश्चन आवे ते आपां नूं ओह यही पुछेगा कि सब तो वड्डी सब तो छोटी। तुसीं की करो, आ जिहड़ी थल्ले वाली इहनूं बोलिया जांदा है हर, की बोलिया जांदा है हर, और इनू की बोलिया जाता है अंश, की बोलिया जाता है अंश। हुण देखो इस हर नूं तुसीं रख लो उपर 7 5 6 ते 8 रख लिया। उस तो बाद विच आ जिहड़ा हर है इनू उपर रख के तुसीं की करो, इन्हां दा डिफरेंस ले लो। इन्हां दा डिफरेंस कितना है 1, इहदे विच भी डिफरेंस किन्ने दा है 1, इहदे विच भी डिफरेंस किन्ने दा है 1 और इहदे विच भी डिफरेंस किन्ने दा है 1 दा। यानी हर नूं उपर रख के दोनों का की ले लो डिफरेंस। हुण तुहानूं पता लग रहा है 7 विच 1 दा भाग देवांगे कि 7 आएगा, इधर 5 आएगा, इधर 6 आएगा, इधर 8 आएगा। यानी कि सब तो वड्डी रकम तुहानूं किहड़ी दिख रही है सर 8। इहदा मतलब है कि 7/8 जिहड़ी है वो सब तो वड्डी पिन है, सब तो वड्डी पिन है। आ गई गल समझ विच सारिਆਂ ਨੂੰ? क्योंकि ये ना इत्थे ट्रिक ला सकते हैं आपां, मैनूं ट्रिक पता है दी, बट की हुंदा है कि पेपर दे विच श्योर नहींगा कि ट्रिक विचों ही क्वेश्चन पूछे। इस करके जिहड़ा तुहानूं मैं तरीका दस्सिया है ये सारियां क्वेश्चनां विच लगेगा। बस तुहानूं याद ये रखना है कि हर नूं उपर रखना है और दोनों का डिफरेंस थल्ले रखना है, दोनों का डिफरेंस थल्ले रखना है। ठीक है जी। चौथा क्वेश्चन की कहता है, ਇਹਦੇ ਵਿੱਚ भी यही पूछ रहा है। चौथे क्वेश्चन ਦੇ ਵਿੱਚ भी ਉਹਦੇ ਵਿੱਚ भी देखो यही पूछ रहा है ਆਪਾਂ ਨੂੰ 1/3 2/5 3/7 और 3/5। ਹੁਣ देखो 3 उपर रखता, इधर 5 उपर रखता, इधर 7 रखता, इधर 5 रखता। दोनों ਦੇ ਵਿੱਚ किन्ने ਦਾ अंतर है? ਇਹਦੇ ਵਿੱਚ 2 ਦਾ जी, ਇਹਦੇ ਵਿੱਚ 3 ਦਾ जी, ਇਹਦੇ ਵਿੱਚ 4 ਦਾ जी और ये फिर 2 का जी। क्लीयर? हुण आपां नूं पता है कि 2 ये भाग देवांगे 1.5 आएगा, ये भाग देवांगे तो भी 1 ते जाएगा, 3 एकम 3, ये भी 3 4 एकम 4 1 ते जाएगा और ये किते जाएगा 2.5 ते जाएगा। हुण तुसीं आप देखो इन्हें पूछा सब तो वड्डी पिन किहड़ी है, तो आपां नूं पता लग रहा है ना कि सारे 1 पॉइंट दे विच है और ये 2 पॉइंट दे विच है। इहदा मतलब सब तो वड्डी रकम किहड़ी है? 3/5 है। किहड़ी है? 3/5। तीन बटे 5। बिल्कुल जी,
दोनों दे विच डी आंसर आएगा। गुरप्रीत कौर 3/7 नहीं आएगा। मैं जिहड़ा समझाना चाहुंदा वां और जिहड़ा तुहानूं कल दस्सिया सीगा वो समझो। प्लीज़ 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 मेरी एक रिक्वेस्ट है कि जिहड़ा मैं दसदा हुन्ना उहनूं प्लीज़ पढ़ के आया करो, तां ही अगे वाले दिन लाउण दी कोई क्लास का फायदा हुंदा है। नहीं तो मैं एवें इत्थे चीक चीक के बोलदा रहना। 3/5 इज़ द राइट आंसर। मैं तुहानूं यही दस्सिया कि तुसीं जिहड़ा हर हुंदा है ਉਹਨੂੰ ਉੱਪਰ ਲਿਖ ਲਓ ਔਰ ਜਿਹੜਾ ਡਿਫਰੈਂਸ ਹੁੰਦਾ ਹੈ ਉਹਨੂੰ ਥੱਲੇ ਲਿਖ ਲਓ। ਉਸ ਤੋਂ ਬਾਅਦ ਇਹਨੂੰ ਸੋਲਵ ਕਰੋ, ਤੁਹਾਨੂੰ ਪਤਾ ਲੱਗੇਗਾ ਕਿਹੜੀ ਵੱਡੀ ਹੈ ਔਰ ਕਿਹੜੀ ਛੋਟੀ ਹੈ। ਓਕੇ, ਅਗਲਾ ਦੇਖੋ, ਇਹਦੇ ਵਿੱਚ ਵੀ ਇਹਨੇ ਇਹੀ ਪੁੱਛਿਆ ਵੱਡੀ ਰਕਮ ਦੱਸੋ। 5/8, 7/12, 9/14 ਤੇ 12/19। ਹੁਣ ਦੇਖੋ पहला आएगा 8, इधर 12, इधर 14 तो इधर 19। दोनों का डिफरेंस करो कितना आएगा 3। इधर कितना आएगा 5। इधर कितना आएगा 5। इधर कितना आएगा 12 ते 7। यही आएगा। हुण देखो 8 दे विच 3 का भाग देवांगे तो 3 दूनी 6, यानी किन्ने ते गया 2 ते गया और अगे आपां नूं पता है फिर 2 आ गया तो 3 6 18, फिर 3 6 18 यानी 2.66। 12 दे विच 5 का भाग देवांगे तो कितना आएगा 5 दूनी 10 और पिछे रह गया 5 चौक 20। इनू 2.40 कहते हैं, पता है ना 4 0। इधर कितना आएगा 5 दूनी 10 तो 5 8 40 यानी इनू 2.80 कहते हैं। इधर हुण की करना है 19 दे विच 7 का भाग देना है, 7 दूनी 14, पिछे रह गए 5 और इधर आएगा 2.7 क्योंकि ਇਹਦਾ मतलब हो गया 7 ਤੋਂ ਵੱਧ आएगा क्योंकि 2 7 7 49 ਹੁੰਦੇ ਨੇ, है ना। ਇਹ आ जाएगा। ਹੁਣ ਤੁਸੀਂ ਸਾਰੇ ਜਣੇ ਦੱਸੋ ਕਿਹੜਾ ਵੱਡਾ ਇਹਨਾਂ ਦੇ ਵਿੱਚੋਂ 2.71 ਵੱਡਾ ਕਿ 2.80 ਵੱਡਾ ਕਿ 2.66 ਵੱਡਾ ਕਿ 2.40 ਵੱਡਾ, ਕਿਹੜਾ ਵੱਡਾ ਦੱਸੋ ਸਾਰੇ ਜਣੇ। 2.80 ਵੱਡਾ ਸਭ ਤੋਂ ਜ਼ਿਆਦਾ। जेकर 2.80 ਵੱਡਾ ਤਾਂ अपना आंसर की आएगा 9/14, यानी मेरा आंसर आएगा सी इज़ द राइट आंसर 9/14। हजे भी कुछ बच्चे गलत दे रहे हैं आंसर। बिल्कुल चलो जी, हुण मैं बिल्कुल रुक जाना। मैनू ये दसो कि तुहानू जिन्नियां भी मैं फ्रैक्शन दसियां ने भिन्न दे विच जिन्ने भी रूल दसे ने वो सारे हुण तक सारे क्लीयर ने ना। जिन्ने भी नियम दसे ने वो सारे दे सारे नियम क्लीयर ने ना। बहुत वधिया भी सारिਆਂ ਦੇ क्लीयर है। चलो जी, हुण तुहाडे सामने 2 क्वेश्चन 3 क्वेश्चन ने, फटाफट तुसीं 3 क्वेश्चनों का जवाब देना है। 6 नंबर क्वेश्चन का जवाब दो सारे जने। हुण मैं नहीं दसांगा, मैं सिर्फ आंसर दसूंगा, फटाफट दसो। आरोही क्रम का मतलब होंदा है कि छोटे तो वड्डा, छोटे तो वड्डा। क्लीयर। तुहानू दसना है कि इन्हां विचों आरोही क्रम की है।
ਚਲੋ ਜੀ, ਪਹਿਲਾਂ ਤੁਸੀਂ ਇਹ ਦੇਖੋ ਸਾਰਿਆਂ ਦੇ ਵਿੱਚ 7/9, 9/11 ਅਤੇ 11/13 ਹੈ। ਆ ਲਓ ਜੀ, 7/9, 9/11 ਅਤੇ 11/13 ਦੇਤੀ। ਹੁਣ ਆਪਾਂ ਇਹਨਾਂ ਨੂੰ ਸੋਲਵ ਕਰਦੇ ਹਾਂ। 9, 11 ਅਤੇ 13 ਥੱਲੇ ਕੀ ਆਏਗਾ, ਦੋਨਾਂ ਦਾ ਡਿਫਰੈਂਸ 2, ਇੱਧਰ ਵੀ 2 ਅਤੇ ਇੱਧਰ ਵੀ 2। ਹੁਣ ਦੇਖੋ 2 ਚੌਕੇ 8 ਅਤੇ 2 5 10, ਇੱਧਰ 5.5, ਇੱਧਰ ਆਏਗਾ 6.5। ਹੁਣ ਤੁਸੀਂ ਆਪ ਦੱਸੋ 4.5 ਉਸ ਤੋਂ ਬਾਅਦ 5.5 ਆਉਂਦਾ ਹੈ, ਉਸ ਤੋਂ ਬਾਅਦ ਵਿੱਚ 6.5 ਆਉਂਦਾ ਹੈ, ਅਤੇ ਆਪਾਂ ਨੂੰ ਪਤਾ ਹੈ ਨਾ ਕਿ ਇਹ ਛੋਟੇ ਤੋਂ ਵੱਡੇ ਦੀ ਤਰਫ ਹੀ ਜਾ ਰਿਹਾ ਹੈ। ਅਤੇ ਸਿੰਪਲ ਜਿਹਾ ਲੌਜਿਕ ਹੈ ਕਿ ਆਪਣਾ ਪਹਿਲਾ ਹੀ ਆਨਸਰ ਆ ਜਾਏਗਾ। ਜਿਹੜਾ ਪਹਿਲਾ ਆਨਸਰ ਹੈ ਉਹੀ ਆਪਣਾ ਆਨਸਰ ਹੋਏਗਾ। ਅਮਨਦੀਪ ਨੇ ਬਿਲਕੁਲ ਸਹੀ ਆਨਸਰ ਦਿੱਤਾ, ਲਵ ਬਾਜਵਾ ਨੇ ਵੀ ਬਿਲਕੁਲ ਸਹੀ ਉੱਤਰ ਦਿੱਤਾ। ਓਨਲੀ ਗੇਮਿੰਗ ਜੀ, ਇਹਦਾ ਮਤਲਬ ਤੁਸੀਂ ਦੇਖ ਹੀ ਨਹੀਂ ਰਹੇ ਕੁਐਸਚਨ ਨੂੰ। ਬਹੁਤ ਵਧੀਆ ਵੀ। ਸੁਨੈਨਾ ਸ਼ਰਮਾ ਤੁਸੀਂ ਗਲਤ ਦੇਤਾ। ਇਹਨੇ ਪੁੱਛਿਆ ਹੈ ਆਰੋਹੀ ਕ੍ਰਮ। ਤੁਹਾਨੂੰ ਪਤਾ ਹੈ ਸਾਰੇ ਆਪਸ਼ਨਾਂ ਦੇ ਵਿੱਚ ਇਹ ਜਿੰਨੇ ਵੀ ਆਪਸ਼ਨ ਨੇ, ਅਗਰ ਆਪਾਂ ਇਹ ਜਿੰਨੇ ਵੀ ਆਪਸ਼ਨ ਨੇ ਸਾਰਿਆਂ ਵਿੱਚ ਸੇਮ ਡਿਜਿਟ ਹੈ ਨਾ, ਤਾਂ ਤੁਸੀਂ ਇੱਕ ਵਾਰੀ ਚੱਕ ਲਓ, ਉਹਨਾਂ ਨੂੰ ਸੋਲਵ ਕਰ ਲਓ। ਸੋਲਵ ਜਦੋਂ ਕੀਤਾ ਤਾਂ ਆਪਣੇ ਕੋਲ ਆਇਆ 4.5, 5.5 ਅਤੇ 6.5। ਇੱਥੋਂ ਪਤਾ ਲੱਗ ਗਿਆ ਆਪਾਂ ਨੂੰ ਕਿ ਇਹ ਤਾਂ ਹੈਗੇ ਹੀ ਛੋਟੇ ਤੋਂ ਵੱਡੇ ਰੂਪ 'ਚ ਹੀ ਹੈ। ਹਾਂਜੀ, ਐਵੇਂ ਦੱਸਣਾ ਸੀਗਾ, ਮੈਂ ਲਿਖਿਆ ਸੀ ਨਾ, ਦੇਖੋ ਛੋਟੇ ਤੋਂ ਵੱਡਾ। ਚਲੋ ਜੀ, ਨੈਕਸਟ ਕੁਐਸਚਨ ਦੇ ਵਿੱਚ ਵੀ 3 ਹੀ ਡਿਜਿਟ ਨੇ ਔਰ ਚਾਰੋਂ ਦੇ ਚਾਰੋਂ ਸੇਮ ਨੇ। ਪਹਿਲਾ ਡਿਜਿਟ ਹੈ 8/9, ਦੂਜਾ ਹੈ 4/5 ਅਤੇ ਤੀਜਾ ਹੈ 6/7। ਬਾਕੀ ਸਾਰਿਆਂ ਵਿੱਚ ਵੀ ਦੇਖੋ ਅੱਗੇ ਪਿੱਛੇ ਲਿਖੇ ਹੋਏ ਨੇ। ਤੁਹਾਨੂੰ ਫਿਰ ਉਹੀ ਦੱਸਣਾ ਹੈ ਆਰੋਹੀ ਕ੍ਰਮ, ਜਿਹਨੂੰ ਕਿਹਾ ਜਾਂਦਾ ਹੈ ਛੋਟੇ ਤੋਂ ਵੱਡਾ। ਦੱਸੋ ਸਾਰੇ ਜਣੇ। ਹਾਂਜੀ ਕਵਿਤਾ ਜੀ, ਕਲਾਸ ਡੇਲੀ ਹੁੰਦੀ ਹੈ। ਜੇ ਤੁਸੀਂ ਨਿਊ ਸਟੂਡੈਂਟ ਹੋ ਤਾਂ ਪਲੀਜ਼ ਇੱਕ ਵਾਰੀ ਜਿੰਨੇ ਵੀ ਲੈਕਚਰ ਹੁਣ ਤੱਕ ਹੋ ਗਏ ਨੇ ਉਹ ਸਾਰੇ ਦੇ ਸਾਰੇ ਲਾ ਕੇ ਦੇਖੋ। ਕਲੀਅਰ? ਜਦੋਂ ਤੁਸੀਂ ਸਾਰੇ ਦੇ ਸਾਰੇ ਲੈਕਚਰ ਲਾਓਗੇ ਤਾਂ ਹੀ ਤੁਹਾਨੂੰ ਕੁਝ ਸਮਝ ਆਏਗਾ। चलो जी, ऊपर आएगा 9, फिर आएगा 5, फिर आएगा 7। डिफरेंस की दोनों का 1 1 तो 1, तो बहुत ईजी हो गया। पहला आएगा जी 9, फिर है जी 5 तो फिर है 7। ਇਹਦਾ मतलब आरोही क्रम चलावांगे तो पहले नंबर पर आएगी 4/5। पहले नंबर पर 4/5 क्योंकि छोटा ए है। उस तो वड्डा की है 6/7 और उस तो वड्डा की है 8/9। 12 ਵਜੇ ਦਾ ਟਾਈਮ ਹੈ ਜੀ, 12 ਵਜੇ ਦਾ। ਚਲੋ ਜੀ, ਹਾਂਜੀ ਨੈਕਸਟ ਫਟਾਫਟ। ਹੁਣ ਕੁਝ ਬੱਚੇ ਪੁੱਛ ਰਹੇ ਸੀ ਨਾ ਕਿ ਸਰ ਟ੍ਰਿਕ ਦੱਸ ਦਿਓ ਕੀ ਹੈ ਨਾ। ਹੁਣ ਮੈਂ ਟ੍ਰਿਕ ਦੱਸੂਗਾ। ਨਹੀਂ ਜੀ, ਹਜੇ ਕੋਈ ਇਸ ਤੋਂ ਇਲਾਵਾ ਟੌਪਿਕ ਨਹੀਂ ਕਰਵਾਇਆ, ਕਿਉਂਕਿ ਪਹਿਲਾਂ ਮੈਨੂੰ ਇਹ ਪਤਾ ਹੈ ਕਿ ਸਾਰੇ ਜਿੰਨੇ ਵੀ ਅਗਰ ਆਪਾਂ ਚੈਨਲਸ ਦੇਖੀਏ ਤਾਂ ਸਾਰਿਆਂ 'ਤੇ ਕੀ ਹੁੰਦਾ ਹੈ ਕਿ ਪਰਸੈਂਟੇਜ ਤੋਂ ਸ਼ੁਰੂ ਕਰ ਦਿੰਦੇ ਹਾਂ ਆਪਾਂ। ਨਹੀਂ, ਪਹਿਲਾਂ ਤੁਹਾਨੂੰ ਬੇਸਿਕ ਸਾਰਾ ਤੁਹਾਨੂੰ ਕਲੀਅਰ ਹੋਣਾ ਚਾਹੀਦਾ, ਕਿਉਂਕਿ ਇਹੀ ਚੀਜ਼ਾਂ ਤੁਹਾਨੂੰ ਅੱਗੇ ਮਿਲਣਗੀਆਂ, ਇਹ ਮੇਰਾ ਵਾਅਦਾ ਹੈ। ਔਰ ਤੁਹਾਨੂੰ ਪਤਾ ਹੋਏਗਾ ਕਿ ਇਹ ਫਰੈਕਸ਼ਨ ਕੀ ਹੁੰਦੀ ਹੈ ਫਿਰ। ਹਾਂਜੀ ਸੁਨੈਨਾ ਸ਼ਰਮਾ ਜੀ, LCM HCF ਆਏਗਾ, ਕਿਉਂਕਿ ਮੈਂ ਤੁਹਾਨੂੰ ਬੇਸਿਕ ਤੋਂ ਹੀ ਲੈ ਕੇ ਚੱਲ ਰਿਹਾ ਹਾਂ, ਕਿਉਂਕਿ ਕੱਲ੍ਹ ਮੈਂ ਦੱਸ ਕੇ ਗਿਆ ਸੀਗਾ, ਅੱਜ ਕਰਾਊਂਗਾ। ਚਲੋ ਵੀ ਸਾਰੇ ਜਣੇ, ਹੁਣ ਜਿਹੜੀ ਮੈਂ ਟ੍ਰਿਕ ਦੱਸਣ ਜਾ ਰਿਹਾ ਉਹ ਸੁਣ ਲਓ ਸਾਰੇ ਜਣੇ। ਇਸ ਕੁਐਸਚਨ ਦੇ ਵੀ ਹੈ, ਸਭ ਤੇ ਲੱਗੇਗੀ। ਪਹਿਲੀ ਟ੍ਰਿਕ ਇਹਦੀ ਇਹ ਹੈ, ਹਾਲਾਂਕਿ ਧਿਆਨ ਰੱਖਣਾ ਮੈਂ ਜਿਹੜੀ ਗੱਲ ਦੱਸੂਗਾ ਉਹ ਗੱਲ ਧਿਆਨ 'ਚ ਰੱਖਿਓ। ਜਿਹੜੀ ਮੈਂ ਟ੍ਰਿਕ ਤੁਹਾਨੂੰ ਦੱਸੀ ਹੈ ਕਿ ਪਹਿਲਾਂ ਹਰ ਉੱਪਰ ਆਏਗਾ, ਥੱਲੇ ਦੋਨਾਂ ਦਾ ਡਿਫਰੈਂਸ, ਉਹ ਤਾਂ ਸਾਰੇ ਕੁਐਸਚਨਾਂ 'ਚ ਲੱਗੇਗੀ। ਉਹ ਤਾਂ ਹੈਗਾ
प्यो, ट्रिक दा प्यो, पता है ना। लेकिन जे आपां गल करते हैं नॉर्मल क्वेश्चन की, नॉर्मल क्वेश्चन की गल करते हैं कि सिंपल जी थीम आवे तो किवें करना है। देखो ध्यान नाल, जिवें तुहाडे अगे मैं क्वेश्चन लिखिया 4/7, फिर लिखता 3/7, फिर लिखता 6/7, फिर लिखता 2/7, एवें लिखता। और मैं पूछ लिया तुहानूं इहदे विच कि सारियां तो वड्डी, यानी कि वड्डी वड्डी पिन दसो, तो तुहाडे दिमाग च ट्रिक ये होनी चाहिए है कि जेकर जेकर थल्ले वाला हर सारियां दा समान होवे, थल्ले वाला जिहड़ा हर है वो सारियां दा की होवे, दसो भी। जे सारा कुछ अपने कोले की आवे, थल्ले वाला हर बराबर आवे, तो तुसी याद की रखना है, तुसी याद ये रखना है की चीज़ कि जेड़ी सब तो वड्डी रकम है वो वड्डी है, जेड़ी सब तो छोटी है वो छोटी है। मतलब ਇਹਦਾ मतलब ये होया कि 2, फिर उस तो बाद 3, फिर उस तो बाद 4 ਤੇ उस तो बाद 6। मतलब आ वाली सब तो छोटी हो गई ਤੇ आ वाली पिन सब तो वड्डी हो गई। पहला नियम समझ आ गया सारिਆਂ ਨੂੰ? फटाफट दसो कि जेकर ਉੱਪਰ ਜਿਹੋ ਜਿਹਾ मर्जी ਹੋਵੇ थल्ले हर समान ਹੋਣ तो उस कंडीशन ਦੇ ਵਿੱਚ ਕੀ करना है ਆਪਾਂ, ਜਿਹੜਾ छोटी है वो छोटी रहेगी, ਜਿਹੜੀ ਵੱਡੀ है वो ਵੱਡੀ रहेगी। क्लीयर? ये तो सीगा पहला नियम। हुण दूजा नियम की कहता है, दूजा नियम तुसी आप देखियो हुण 9/11, 9/16, 9/17 तुहानू ये दे देता, ठीक है जी। 9/18 सॉरी 19 एवें देता। और फिर पूछ लिया कि ਇਹਦੇ ਵਿੱਚ ਵੱਡੀ दसो, ਤਾਂ ਵੀ ਤੁਸੀਂ एक गल ध्यान रखनी है कि ਇਹਦੇ ਵਿੱਚ ਤਾਂ ਵੀ की दिमाग च रखना है, हुण देखो 9/11 9 मतलब ਇਹਦੇ ਵਿੱਚ हुण अंश की आ गया, बराबर आ गया। क्लीयर? ਜਿਹਦੇ ਵਿੱਚ ਉੱਪਰ ਵਾਲਾ ਹਿੱਸਾ ਬਰਾਬਰ ਆ ਗਿਆ, ਥੱਲੇ ਵਾਲਾ ਜਿਹੜਾ ਹਿੱਸਾ ਹੈ ਉਹ ਕੀ ਆ ਗਿਆ, ਉਹ ਆ ਗਿਆ ਆਪਣੇ ਕੋਲੇ ਵੱਡਾ। ਤਾਂ ਤੁਸੀਂ ਕੀ ਦਿਮਾਗ 'ਚ ਰੱਖਣਾ ਇਹਦੇ ਵਿੱਚ ਕਿ ਜਿਹਦਾ ਹਰ ਛੋਟਾ ਹੈ, ਜਿਹਦਾ हर छोटा है, छोटा है ओ सब तो वड्डी होवेगी, वो की होएगी, सब तो वड्डी होएगी। थैंक यू अमनदीप सिंह, थैंक यू। हुण आ देखो ਇਹਦੇ ਵਿੱਚ ਉੱਪਰ 9 रकम आ गई, थल्ले देखो 11 16 17 19। ਤੁਹਾਨੂੰ ਇਹ देखना है कि ਜਦੋਂ हर बराबर होवे थल्ले वाला, ਜਦੋਂ थल्ले वाला हर बराबर होवे फिर ਤਾਂ ਇਹ सोचो कि ਜਿਹਦਾ अंश सब तो ਵੱਡਾ है वो सब तो ਵੱਡੀ होएगी ਤੇ ਜਿਹਦਾ अंश सब तो छोटा है वो सब तो छोटी होएगी। बट ਇਹਦੇ ਵਿੱਚ उल्टा हो जाएगा, ਜਿਹਦਾ अंश बराबर होएगा ਉਹਦੇ ਵਿੱਚ ਜਿਹਦਾ हर छोटा है वो सब तो ਵੱਡੀ होएगी। मतलब 9/11 ਜਿਹੜੀ है वो सब तो ਵੱਡੀ हो जाएगी। क्लीयर? और ਜਿਹਦਾ हर ਜਿਹੜਾ है वो ਵੱਡਾ होएगा वो सब तो की हो जाएगी, छोटी हो जाएगी। की हो जाएगी? छोटी हो जाएगी। इसे करके मैं ਤੁਹਾਨੂੰ ਆ ट्रिकां नहीं दस रहा सीगा, तुसीं पुछ रहे हो ना, क्योंकि इन्हां नूं याद रखना पएगा। बट ਜਿਹੜੀ मैं दसी है वो सारिਆਂ ਦੇ ਵਿੱਚ लग जाएगी, लग रही है ना सारिਆਂ ਵਿੱਚ? दसो दसो भी। दूजी विच की है देखो ध्यान नाल, जेदा अंश वड्डा होवे यानी अंश बराबर होवे, सॉरी जेदा अंश बराबर होवे और हर दे विच तुसीं ये देखना हुंदा है
कि हर ਜਿਹੜਾ ਛੋਟਾ ਹੋਏਗਾ ਉਹੀ ਰਕਮ ਸਭ ਤੋਂ ਵੱਡੀ ਮੰਨੀ ਜਾਏਗੀ, ਮਤਲਬ 9/11 ਆਪਣੀ ਵੱਡੀ ਹੈ, ਔਰ ਜਿਹਦਾ ਹਰ ਵੱਡਾ ਹੋਏਗਾ ਉਹ ਹਮੇਸ਼ਾ ਛੋਟੀ ਪਿੰਨ ਮੰਨੀ ਜਾਏਗੀ ਇਸ ਕੰਡੀਸ਼ਨ ਦੇ ਵਿੱਚ। ਹੁਣ ਮੇਰੇ ਹਿਸਾਬ ਨਾਲ ਜੇ ਤੁਹਾਨੂੰ ਮੈਂ ਸੁਜੈਸ਼ਨ ਕਰਦਾ ਵਾਂ, ਇਸ ਕਰਕੇ ਮੈਂ ਟ੍ਰਿਕ ਨਹੀਂ ਦੱਸੀ ਸੀਗੀ, ਬਟ ਤੁਸੀਂ ਕਿਹਾ ਸਰ ਟ੍ਰਿਕ ਦੱਸੋ ਤਾਂ ਮੈਂ ਦੱਸਣ ਲੱਗਿਆ। ਮੈਂ ਤਾਂ ਤੁਹਾਨੂੰ ਸਿਰਫ ਇੱਕ ਹੀ ਪ੍ਰੈਫਰ ਕਰਾਂਗਾ, ਆਹ ਨਿਯਮ, ਆਹ ਦੇਖੋ 7/11, 8/13, 9/14 ਤੇ 11/15। ਇਹ ਹੈ ਨਾ, ਤੁਸੀਂ ਦੇਖੋ 11 ਲਿਖਤਾ, 13 ਲਿਖਤਾ, 14 ਲਿਖਤਾ ਤੇ 15 ਲਿਖਤਾ, ਬਾਅਦ ਵਿੱਚ ਇਹਨਾਂ ਦਾ ਡਿਫਰੈਂਸ ਲੈ ਲਓ। ਪਤਾ ਹੈ ਨਾ, ਹਰ ਉੱਪਰ ਆਏਗਾ ਉਸ ਤੋਂ ਬਾਅਦ ਡਿਫਰੈਂਸ, ਕਿੰਨੇ ਦਾ ਡਿਫਰੈਂਸ ਹੈ 4, ਇੱਧਰ 5, ਇੱਧਰ ਵੀ 5 ਔਰ ਇੱਧਰ 4। ਹੁਣ ਤੁਸੀਂ ਇਹਨੂੰ ਭਾਗ ਦਿਓ, 4 ਦੂਣੀ 8, ਠੀਕ ਹੈ ਜੀ, ਪਿੱਛੇ ਰਹਿ ਗਏ 3, 4 7 28, ਇੱਧਰ 5 ਦੂਣੀ 10 ਤੇ 5 6 30, ਇੱਧਰ 5 ਦੂਣੀ 10 ਤੇ 5 8 40, ਇੱਧਰ 4 ਤੀਏ 12, ਪਿੱਛੇ ਰਹਿ ਗਏ 3, 4 7 28। ਆ ਲਓ ਜੀ। ਹਾਂਜੀ ਬਿਲਕੁਲ ਨਰਿੰਦਰ ਸਿੰਘ, ਮੈਨੂੰ ਪਤਾ ਹੈ, ਮੈਂ ਹਰ ਚੀਜ਼ ਨੂੰ ਪ੍ਰੈਫਰ ਕਰਦਾ ਵਾਂ ਤੁਹਾਨੂੰ ਉਹੀ ਚੀਜ਼ ਜਿਹੜੀ ਤੁਹਾਡੇ ਦਿਮਾਗ ਤੱਕ ਜਾਵੇ, ਕਿਉਂਕਿ ਇਹ ਤਾਂ ਰੱਟਣੀ ਪਏਗੀ, ਔਰ ਕਿੰਨੀਆਂ ਕੁ ਚੀਜ਼ਾਂ ਰੱਟ ਲਓਗੇ ਤੁਸੀਂ। ਇਸ ਕਰਕੇ ਮੈਂ ਟ੍ਰਿਕ ਦੱਸਣਾ ਨਹੀਂ ਚਾਹੁੰਦਾ ਸੀ, ਬਟ ਤੁਸੀਂ ਪੁੱਛੀ ਇਸ ਕਰਕੇ ਦੱਸੀ। ਤੁਸੀਂ ਸਿਰਫ ਆਹ ਚੀਜ਼ ਯਾਦ ਰੱਖੋ ਬਸ, ਸਭ ਤੋਂ ਬੈਸਟ ਹੈ, ਇਹ ਸਾਰਿਆਂ ਦੇ ਵਿੱਚ ਲੱਗੇਗੀ, ਸਾਰਿਆਂ ਮਤਲਬ ਸਾਰਿਆਂ ਦੇ ਵਿੱਚ, ਜਿਹੋ ਜਿਹੇ ਮਰਜ਼ੀ ਕੁਐਸਚਨ ਆ ਜਾਣ। ਹੁਣ ਦੇਖੋ ਇੱਥੇ ਸਭ ਤੋਂ ਵੱਡਾ ਕੀ ਦਿਖ ਰਿਹਾ ਸਰ 3.7, ਉਸ ਤੋਂ ਛੋਟਾ ਕੀ ਦਿਖ ਰਿਹਾ ਸਰ 2.8, ਉਸ ਤੋਂ ਛੋਟਾ ਕੀ ਦਿਖ ਰਿਹਾ 2.7, ਸਰ ਉਸ ਤੋਂ ਛੋਟਾ ਕੀ ਦਿਖ ਰਿਹਾ 2.6, ਗੱਲ ਖਤਮ। ਔਰ ਜੇ ਆਪਾਂ ਨੂੰ ਪੁੱਛ ਲਿਆ ਰੋਹੀ ਕਰਮ ਲਾਓ ਤਾਂ ਆਪਾਂ ਕਵਾਂਗੇ ਸਰ ਪਹਿਲੇ ਨੰਬਰ ਤੇ 8/13, ਪਹਿਲੇ ਨੰਬਰ ਤੇ 8/13, ਦੂਜੇ ਨੰਬਰ ਤੇ ਸਰ 7/11, ਤੀਜੇ ਨੰਬਰ ਤੇ ਸਰ 9/14 ਤੇ ਪੰਜਵੇਂ ਨੰਬਰ ਤੇ 11/15। ਆ ਗਈ ਗੱਲ ਸਮਝ ਵਿੱਚ ਸਾਰਿਆਂ ਨੂੰ? ਚਲੋ ਬਈ, ਹੁਣ ਆਪਾਂ ਚੱਲਦੇ ਹਾਂ ਆਪਣੇ ਅੱਜ ਦੇ ਕੁਐਸਚਨ ਤੇ, ਕਿਉਂਕਿ ਹੁਣ ਤੱਕ ਤਾਂ ਆਪਾਂ ਸਾਰੇ ਦਾ ਸਾਰਾ ਕੰਪਲੀਟ ਕਰ ਲਿਆ ਹੈ ਨਾ, ਸਾਰਾ ਕੰਪਲੀਟ ਆਪਣਾ। ਚਲੋ ਜੀ, ਇਹ ਤੱਕ ਸੀਗਾ ਕੱਲ ਤੱਕ ਦਾ ਟੌਪਿਕ। ਹੁਣ ਆਪਾਂ ਚੱਲਦੇ ਹਾਂ ਅੱਗੇ, ਜਿਹੜਾ ਅੱਜ ਸਿੱਖਣਾ ਹੈ। ਯੈਸ ਗਾਇਜ਼, ਤੁਹਾਨੂੰ ਪੁੱਛਿਆ ਹੋਵੇ ਕਿ ਭਿੰਨਾਂ ਦਾ LCM ਅਤੇ HCF ਕੱਢੋ। ਤੁਹਾਨੂੰ ਪੁੱਛ ਲਿਆ ਹੋਵੇ ਕਿ ਭਿੰਨਾਂ ਦਾ LCM ਅਤੇ HCF ਕੱਢੋ, ਤਾਂ ਤੁਸੀਂ ਕੀ ਕਰੋਗੇ? ਸਾਰੇ ਜਣੇ ਧਿਆਨ ਨਾਲ ਦੇਖਣਾ। ਜੇ ਤੁਹਾਨੂੰ ਭਿੰਨਾਂ ਦਾ LCM ਪੁੱਛਿਆ ਤਾਂ ਤੁਸੀਂ ਕੀ ਕਰੋਗੇ? ਜਿਹੜਾ ਅੰਸ਼ ਹੁੰਦਾ ਹੈ, ਜਿਹੜਾ ਕੀ ਹੁੰਦਾ ਹੈ ਅੰਸ਼, ਅੰਸ਼ਾਂ ਦਾ ਤੁਹਾਨੂੰ ਲੈ ਲੈਣਾ ਹੈ LCM, ਔਰ ਹਰਾਂ ਦਾ ਲੈ ਲੈਣਾ ਹੈ HCF। ਕੱਲ ਮੈਂ ਦੱਸ ਕੇ ਗਿਆ ਸੀ ਨਾ ਸਾਰਿਆਂ ਨੂੰ, ਉਹੀ ਚੀਜ਼ ਹੈ। ਜੇ ਤੁਹਾਨੂੰ ਦੱਸਣਾ ਹੈ HCF ਯਾਨੀ ਮਹੱਤਮ ਸਮਾਪਰ ਤੇ ਦੱਸਣਾ ਹੈ, ਫਿਰ ਤੁਸੀਂ ਕੀ ਕਰੋਗੇ? ਅੰਸ਼ਾਂ ਦਾ HCF ਔਰ ਥੱਲੇ ਕੀ ਆਏਗਾ? ਹਰਾਂ ਦਾ LCM। LCM ਮਤਲਬ ਹੁੰਦਾ ਹੈ ਲਘੁੱਤਮ ਸਮਾਪਰਤਯ, ਪਤਾ ਹੈ ਨਾ, ਔਰ HCF ਹੁੰਦਾ ਹੈ ਮਹੱਤਮ ਸਮਾਪਰਤਯ। ਕੱਲ ਤੁਹਾਨੂੰ ਮੈਂ 15 ਮਿੰਟ ਲਾ ਕੇ ਦੱਸ ਕੇ ਗਿਆ ਸੀ ਕਿ LCM ਕੀ ਹੁੰਦੀ ਹੈ ਤੇ HCF ਕੀ ਹੁੰਦੀ ਹੈ। ਸਾਰਿਆਂ ਨੂੰ ਪਤਾ ਹੋਏਗਾ ਮੈਨੂੰ ਲੱਗਦਾ ਹੈ, ਔਰ ਜਿਹਨੂੰ ਨਹੀਂ ਪਤਾ ਤਾਂ ਪਲੀਜ਼ ਬਈ ਦੇਖੋ, ਵਾਰੀ ਟਾਈਮ ਖਰਾਉਣ ਦਾ ਕੋਈ ਮਤਲਬ ਨਹੀਂ ਹੈ। ਪਿੱਛੇ ਵੀਡੀਓ ਪਈ ਹੈ, ਪਿੱਛੇ ਵਾਲੀ ਵੀਡੀਓ ਪਹਿਲਾਂ ਪੂਰੀ ਦੇਖੋ, ਫਿਰ ਇਸ ਵੀਡੀਓ ਨੂੰ ਦੇਖਣਾ ਸ਼ੁਰੂ ਕਰਨਾ। ਕਲੀਅਰ ਹੈ? ਚਲੋ ਜੀ, ਹੁਣ ਦੇਖੋ ਤੁਹਾਨੂੰ ਕੁਐਸਚਨ ਪੁੱਛ ਲਿਆ ਉਹਨੇ ਕੀ 3/4, 6/5 ਅਤੇ 9/10 ਦਾ ਕੀ ਦੱਸੋ ਮੈਨੂੰ? LCM ਦੱਸੋ ਤੇ HCF ਦੱਸੋ। ਦੋਨੋਂ ਪੁੱਛ ਲਿਆ ਉਹਨੇ। ਹੁਣ ਤੁਹਾਨੂੰ ਕੀ ਦੱਸਣਾ ਹੈ? ਤੁਹਾਨੂੰ ਦੱਸਣਾ ਹੈ ਪਹਿਲਾਂ LCM। ਤਾਂ ਮੈਂ ਦੱਸਿਆ ਕਿ ਤੁਸੀਂ ਸਭ ਤੋਂ ਪਹਿਲਾਂ ਅੰਸ਼ਾਂ ਦਾ LCM ਲੈ ਲਓਗੇ, ਯਾਨੀ 3, 6 ਤੇ 9 ਦਾ LCM
ਕੱਲ ਤੁਹਾਨੂੰ ਦੱਸਿਆ ਸੀਗਾ ਮੈਂ ਐਲਸੀਐਮ ਲੈਣ ਦੀ ਟ੍ਰਿਕ ਕਿ ਸਭ ਤੋਂ ਵੱਡੀ ਸੰਖਿਆ ਨੂੰ ਫੜ ਲਓ ਔਰ ਸਭ ਤੋਂ ਵੱਡੀ ਸੰਖਿਆ ਦਾ ਟੇਬਲ ਪੜੋ। 9 ਏਕਮ 9, ਯੈਸ ਸਰ 9 ਦੇ ਵਿੱਚ 3 ਦਾ ਭਾਗ ਜਾਂਦਾ ਹੈ ਬਟ 6 ਦਾ ਭਾਗ ਨਹੀਂ ਜਾਂਦਾ। ਬਟ ਅੱਗੇ ਚੱਲੋ 9 ਦੂਣੀ 18, ਜਿਵੇਂ ਹੀ ਮੈਂ 18 ਬੋਲਿਆ ਤਾਂ ਮੈਨੂੰ ਪਤਾ ਹੈ 6 ਦਾ ਭਾਗ ਵੀ ਜਾਂਦਾ ਹੈ 3 ਦਾ ਭਾਗ ਵੀ ਜਾਂਦਾ ਹੈ, ਤਾਂ ਆਪਣਾ ਐਲਸੀਐਮ ਕੀ ਆਏਗਾ 18। ਯਾਨੀ ਅੰਸ਼ਾਂ ਦਾ ਲੈ ਲਿਆ ਐਲਸੀਐਮ। ਹੁਣ ਲੈਣਾ ਹੈ ਹਰਾਂ ਦਾ HCF। ਕੀ ਲੈਣਾ ਹੈ HCF। ਜਦੋਂ ਵੀ ਕਿਸੇ ਸੰਖਿਆ ਦਾ ਐਲਸੀਐਮ ਕੱਢਣਾ ਹੋਵੇ ਤਾਂ ਅੰਸ਼ਾਂ ਦਾ ਐਲਸੀਐਮ ਤੇ ਹਰਾਂ ਦਾ HCF। ਹੁਣ ਦੇਖੋ 4 5 ਤੇ 10 ਇਹਦਾ ਆਪਾਂ ਨੂੰ HCF ਲੈਣਾ ਹੈ। ਮੈਂ ਦੱਸਿਆ ਸੀ HCF ਵਿੱਚ ਸਭ ਤੋਂ ਛੋਟੀ ਰਕਮ ਨੂੰ ਇਹਨਾਂ ਵਿੱਚ ਭਾਗ ਦੇ ਕੇ ਦੇਖੋ ਜਾ ਰਹੀ ਹੈ ਕਿ 4 5 ਦੇ ਵਿੱਚ ਨਹੀਂ ਜਾ ਰਿਹਾ, 4 ਤੋਂ ਛੋਟੀ 3 3 ਵੀ ਨਹੀਂ ਜਾ ਰਹੀ, ਫਿਰ ਉਸ ਤੋਂ ਬਾਅਦ 2 2 ਵੀ ਨਹੀਂ ਜਾ ਰਿਹਾ, ਫਿਰ ਲਾਸਟ ਵਿੱਚ ਬਚਿਆ ਕੀ 1। ਇਹਦਾ ਮਤਲਬ ਹੈ 1 ਦਾ ਭਾਗ ਤਾਂ ਜਾਏਗਾ ਹੀ ਜਾਏਗਾ। ਤਾਂ ਆ ਲਓ ਜੀ ਆਪਣਾ ਆਨਸਰ ਕੀ ਆਇਆ 18 ਆ ਗਿਆ। ਮਤਲਬ ਕਿ ਜਿਹੜਾ ਐਲਸੀਐਮ ਹੈ ਭਿੰਨਾਂ ਦਾ ਜਿਹੜਾ ਐਲਸੀਐਮ ਹੈ ਉਹ ਕਿੰਨਾ ਆਏਗਾ 18 ਆਏਗਾ। ਕੀ ਆਏਗਾ 18। ਯੈਸ ਔਰ ਨੋ, ਫਟਾਫਟ ਪਲੀਜ਼। ਬਹੁਤ ਵਧੀਆ ਹਰਦੀਪ ਸਿੰਘ, ਬਹੁਤ ਵਧੀਆ। ਅੱਗੇ ਚੱਲੋ। ਹੁਣ ਆਪਾਂ ਨੂੰ ਪੁੱਛ ਲਿਆ ਮੰਨ ਲਓ ਇਹਨੇ ਇਹਨਾਂ ਰਕਮਾਂ ਦਾ ਹੀ ਕੀ HCF ਪੁੱਛ ਲਿਆ। ਹੁਣ ਜੇਕਰ HCF ਦੱਸਣਾ ਹੈ ਤਾਂ ਇੱਧਰ ਆ ਜਾਓ। ਤੁਹਾਨੂੰ ਸਭ ਤੋਂ ਪਹਿਲੇ ਅੰਸ਼ਾਂ ਦਾ ਕੀ ਕਰਨਾ ਪਏਗਾ HCF। ਇਹਨਾਂ ਦਾ 3 6 ਤੇ 9 ਦਾ HCF ਕਰਨਾ ਹੈ। ਤਾਂ ਆਪਾਂ ਨੂੰ ਪਤਾ ਹੈ ਸਭ ਤੋਂ ਛੋਟੀ ਰਕਮ 3 ਹੈ। 3 ਏਕਮ 3 3 ਦੂਣੀ 6 3 ਤੀਏ 9, ਬਸ ਜੀ ਪੂਰਾ ਪੂਰਾ ਚਲਾ ਗਿਆ। ਇਹਦਾ ਮਤਲਬ ਹੈ ਕਿ ਅੰਸ਼ਾਂ ਦਾ ਜਿਹੜਾ HCF ਹੈ ਉਹ 3 ਆਏਗਾ। ਕਿੰਨਾ ਆਏਗਾ 3। ਹੁਣ ਆਪਾਂ ਨੂੰ ਹਰਾ ਦਾ ਐਲਸੀਐਮ ਲੈਣਾ ਹੈ ਤਾਂ ਆਪਾਂ ਨੂੰ ਪਤਾ ਹੈ 4 5 ਤੇ 10। ਆਪਾਂ ਨੂੰ ਪਤਾ ਹੈ ਵੱਡੀ ਰਕਮ 10 ਹੈ, ਇਹਦਾ ਐਲਸੀਐਮ ਲੈਣਾ ਹੈ। 10 ਏਕਮ 10 ਇਹਨਾਂ ਦਾ ਨਹੀਂ ਜਾ ਰਿਹਾ, 10 ਦੂਣੀ 20 5 ਦਾ ਜਾ ਰਿਹਾ ਪਰ 4 ਦਾ ਨਹੀਂ ਜਾ ਰਿਹਾ, 10 ਤੀਏ 30 ਨਹੀਂ ਜਾ ਰਿਹਾ, 10 ਚੌਕ 40 ਹਾਂਜੀ 40 ਤੇ 5 ਦਾ ਵੀ ਜਾ ਰਿਹਾ ਹੈ ਤੇ 4 ਦਾ ਵੀ ਜਾ ਰਿਹਾ ਹੈ। ਇਹਦਾ ਮਤਲਬ ਹੈ ਆਪਣਾ ਆਨਸਰ ਕੀ ਆਏਗਾ 3/40। ਕੀ ਕਿ ਇਹਨਾਂ ਸੰਖਿਆ ਦਾ ਜਿਹੜਾ HCF ਹੈ ਉਹ ਤਾਂ ਆਏਗਾ 3/40। ਹਾਂਜੀ 20 ਵੀ ਲੈ ਸਕਦੇ ਹਾਂ, ਬਿਲਕੁਲ ਬਿਲਕੁਲ 20 ਵੀ ਲੈ ਸਕਦੇ ਹਾਂ, ਬਿਲਕੁਲ ਮੈਂ ਦੇਖਿਆ ਨਹੀਂ ਸੀ। ਐਲਸੀਐਮ ਲੈਣਾ ਨਾ, ਹਾਂ ਬਿਲਕੁਲ 20 ਲੈ ਸਕਦੇ ਹਾਂ, 20 ਆਏਗਾ ਇੱਥੇ, ਬਿਲਕੁਲ ਬਿਲਕੁਲ 20 ਆਏਗਾ ਕਿਉਂਕਿ ਆਪਾਂ ਨੂੰ ਪਤਾ ਹੈ 20 ਕੱਟ ਰਿਹਾ ਪਹਿਲਾਂ ਨਾ। 10 ਏਕਮ 10 10 ਦੂਣੀ 20 ਦੇ ਵਿੱਚ 4 ਦਾ ਵੀ ਜਾ ਰਿਹਾ ਤੇ 5 ਦਾ ਵੀ ਜਾ ਰਿਹਾ। ਨਹੀਂ ਨਹੀਂ 3/40 ਨਹੀਂ ਆਏਗਾ, 3/20 ਆਏਗਾ ਬਿਲਕੁਲ। ਚਲੋ ਜੀ ਇੰਨੀ ਗੱਲ ਸਮਝ ਆ ਗਈ ਸਾਰਿਆਂ ਨੂੰ, ਫਟਾਫਟ ਦੱਸੋ। ਔਰ ਜਿੰਨੇ ਵੀ ਕੈਂਡੀਡੇਟ ਨਵੇਂ ਨੇ ਉਹਨਾਂ ਨੂੰ ਪਲੀਜ਼ ਮੈਂ ਹਿਦਾਇਤ ਇਹੀ ਦੇਵਾਂਗਾ ਕਿ ਇਸ ਕਲਾਸ ਨੂੰ ਛੱਡੋ, ਤੁਸੀਂ ਪਹਿਲਾਂ ਪੁਰਾਣੀ ਕਲਾਸ ਦੇਖੋ। ਪੁਰਾਣੀ ਕਲਾਸ ਦੇਖੋਗੇ ਤਾਂ ਹੀ ਨਵੀਂ ਕਲਾਸ ਸਮਝ ਆਏਗੀ, ਕਿਉਂਕਿ ਔਨਲਾਈਨ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਅਸੀਂ ਪਹਿਲਾਂ ਪਿੱਛੇ ਵਾਲਾ ਸਾਰਾ ਦੇਖ ਕੇ ਫਿਰ ਨਵੀਂ ਕਲਾਸ 'ਚ ਬੈਠੀਏ। ਗੁੱਡ, ਆ ਗਿਆ ਸਮਝ। ਚਲੋ ਜੀ ਹੁਣ ਤੁਹਾਡੇ ਵਾਸਤੇ ਕੁਐਸਚਨ ਹੈ, ਤੁਸੀਂ ਦੱਸਣੇ ਨੇ। 2/5 3/10 4/15। ਤੁਹਾਨੂੰ LCM ਵੀ ਦੱਸਣਾ ਹੈ ਤੇ HCF ਵੀ ਦੱਸਣਾ ਹੈ। ਸੈਕਿੰਡ ਕੁਐਸਚਨ 30/12 9/4 15/8। ਇਹਦਾ ਵੀ LCM ਦੱਸਣਾ ਹੈ ਤੇ HCF ਦੱਸਣਾ ਹੈ। 3/16 5/12 7/18। ਇਹਦਾ ਤੁਹਾਨੂੰ ਸਿਰਫ ਦੱਸਣਾ ਹੈ HCF। ਬਿਲਕੁਲ ਨਵਦੀਪ, ਬਹੁਤ ਵਧੀਆ। 4/5 6/7 2/15। ਇਹਦਾ ਵੀ ਤੁਹਾਨੂੰ ਦੱਸਣਾ ਹੈ LCM ਤੇ HCF। ਹੁਣ ਤੁਸੀਂ ਸਾਰੇ ਜਣਿਆਂ ਨੇ ਪਤਾ ਕੀ ਕਰਨਾ ਹੈ, ਪਹਿਲਾਂ ਕੁਐਸਚਨ ਸੋਲਵ ਕਰੋ ਸਾਰੇ ਦੇ ਸਾਰੇ, ਫਿਰ ਉੱਤਰ ਦਿਓ।
चलो जी ਹੁਣ ਆਪਾਂ ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਇਹਦੇ ਵਿੱਚ ਆਪਾਂ ਨੂੰ ਪੁੱਛਿਆ ਸਭ ਤੋਂ ਪਹਿਲਾਂ ਐਲਸੀਐਮ। ਐਲਸੀਐਮ ਵਾਸਤੇ ਕੀ ਕਰਾਂਗੇ ਆਪਾਂ, ਜਿਹੜੇ ਉੱਪਰ ਵਾਲੇ ਨੇ ਇਹਨਾਂ ਦਾ ਐਲਸੀਐਮ ਲਵਾਂਗੇ। ਤੇ 2 3 ਤੇ 4 ਦਾ ਐਲਸੀਐਮ ਕੀ ਆਏਗਾ, 4 ਨੂੰ ਫੜ ਲਓ, 4 ਏਕਮ 4, 4 दूनी 8, 4 तीये 12, यानी 12 आ जाएगा पहला ऊपर, क्योंकि 12 ਦੇ ਵਿੱਚ ਸਾਰੀ ਸੰਖਿਆ ਦਾ ਭਾਗ ਜਾ ਰਿਹਾ। ਹੁਣ ਐਚਸੀਐਫ ਕੱਢਣਾ ਹੈ ਥੱਲੇ ਆਪਾਂ। ਐਲਸੀਐਮ ਕੱਢਣ ਵਾਸਤੇ ਐਚਸੀਐਫ ਕੱਢਣਾ ਪਏਗਾ ਥੱਲੇ। ਤਾਂ 5 10 ਤੇ 15 ਦਾ ਐਚਸੀਐਫ ਕੀ ਆਏਗਾ, 5। ਆ ਲਓ ਜੀ, ਤੇ ਆਪਣਾ ਪਤਾ ਲੱਗ ਗਿਆ ਕਿ ਪਹਿਲੇ ਕੁਐਸਚਨ ਦਾ ਜਿਹੜਾ ਐਲਸੀਐਮ ਹੈ ਉਹ ਤਾਂ ਆਏਗਾ 12/5। ਕਿੰਨਾ ਆਏਗਾ, 12/5। 24/5 नहीं आएगा बई, 12 ਦੇ ਵਿੱਚ ਜਾ ਰਿਹਾ ਨਾ ਪਹਿਲਾਂ, 2 3 4। ਐਲਸੀਐਮ ਦਾ ਮਤਲਬ ਕੀ ਹੁੰਦਾ ਹੈ, ਵह ਛੋਟੀ ਸੇ ਛੋਟੀ ਸੰਖਿਆ। ਤੇ 12 ਦੇ ਵਿੱਚ ਪਹਿਲਾ ਭਾਗ ਜਾ ਰਿਹਾ ਨਾ ਇਹਨਾਂ ਦਾ, ਇਸ ਕਰਕੇ 12 ਲੈਣਾ ਪਏਗਾ ਆਪਾਂ ਨੂੰ। ਹੁਣ ਆਪਾਂ ਨੂੰ ਕੱਢਣਾ ਹੈ ਐਚਸੀਐਫ। ਜੇ ਆਪਾਂ ਐਚਸੀਐਫ ਕੱਢਾਂਗੇ ਤਾਂ ਬਿਲਕੁਲ ਉਲਟਾ, ਕਿ ਅੰਸ਼ਾਂ ਦਾ ਕੀ ਲੈਣਾ ਪਏਗਾ ਆਪਾਂ ਨੂੰ, ਜਿਹੜੇ ਉੱਪਰ ਵਾਲੇ ਨੇ ਉਹਨਾਂ ਦਾ ਲੈਣਾ ਪਏਗਾ ਐਚਸੀਐਫ। ਤੇ 2 3 ਤੇ 4 ਦਾ ਜਿਹੜਾ ਐਚਸੀਐਫ ਆਏਗਾ ਉਹ 1 ਹੀ ਆਏਗਾ। ਕਿੰਨਾ ਆਏਗਾ, 1। और उस तो बाद थल्ले वाले का लेना है की चीज़, यस बिल्कुल की लेना है अपन एलसीएम। तो हुण आपां वड्डी संख्या फड़ांगे 15। 15 एकम 15, 15 दे विच 10 का नहीं जा रहा, 15 दूनी 30, 30 दे विच सारा जा रहा है। तो 1/30 आएगा। कितना आएगा, 1/30। हुण देखो, हुण वॉल्यूम आ रही है, हुण दसो वॉल्यूम आ रही है कि हुण दसो भी सारे जने, आवाज़ आ रही है कि नहीं आ रही। ओके ओके, पिछों की प्रॉब्लम आ गई होएगी, बाकी मैं मेरे को तो माइक लग्या होया है। चलो देखो इधर हुण ये समझ आ गया सारे नूं, 12/5 आएगा तो 1/30 आएगा। क्लीयर है ना। ये तो वैसे दसन की लोड़ ही नहीं सी, क्योंकि तुसीं कीता होएगा। हुण देखो 30/12, 9/4, 15/8, ਇਹਦਾ एलसीएम भी कढ़ना है तो एचसीएफ भी कढ़ना है। चलो फिर दोबारा शुरू हो जाओ। एलसीएम कढ़ांगे तो की करांगे, संख्या का उपर वाली का एलसीएम 30, 9 ते 15 ਦੇ ਵਿੱਚ सब तो वड्डी रकम की है, 30। 30 अपने को वड्डी रकम 30 है। 30 एकम 30, 30 ਦੇ ਵਿੱਚ 9 ਦਾ नहीं जाता, बाकी 15 जाता है। 30 दूनी 60, 9 ਦਾ नहीं जाता। 30 30 है 90, हाँ जी 90 ਦੇ ਵਿੱਚ ਜ਼ਰੂਰ ਜਾਂਦਾ ਹੈ। ਕਿਹਦਾ, ਸਾਰਿਆਂ ਦਾ। ਤੇ 90 ਆ ਗਿਆ। ਥੱਲੇ ਕੀ ਆਊਗਾ, ਹੁਣ ਆਪਾਂ ਨੂੰ ਐਚਸੀਐਫ ਲੈਣਾ ਪਏਗਾ। 12 4 ਤੇ 8 ਚੋਂ ਛੋਟੀ ਕਿਹੜੀ ਹੈ, 4। ਚਲੋ ਜੀ 4 एकम 4, 4 दूनी 8 ਤੇ 4 तीये 12, ਬਿਲਕੁਲ ਜੀ। ਇਹਦਾ ਮਤਲਬ ਇੱਥੇ 4 ਹੀ ਆ ਜਾਏਗਾ। ਹੁਣ 90/4 ਦੇ ਵਿੱਚ ਭਾਗ ਦੇਵਾਂਗੇ ਤਾਂ ਕਿੰਨੇ ਤੇ ਜਾਏਗਾ, ਦੇਖ ਲਓ। ਇਹ ਜਾ ਰਿਹਾ ਹੈ 2 दूनी 4 ਤੇ 2/45, यानी 45/2 आ जाएगा। कितना आ जाएगा, 45/2 एलसीएम आ जाएगा। बहुत वधिया। हुण अगे देखो, जे आप एचसीएफ की गल करिए, कि गल करिए, एचसीएफ की गल करते हैं तो बिल्कुल वह उल्टा 30, 9 ते 15 का लेना पएगा एचसीएफ। एचसीएफ कितना आएगा, सब तो पहला कितना आएगा, आपू पता है सब तो छोटी रकम तो 9 ही हुई, तो 9 नूं फड़ो, 9 का भाग नहीं जा रहा जी। 9 तो छोटी 8 नहीं जा रहा, 7 नहीं जा रहा, 6 नहीं जा रहा, 5 नहीं जा रहा, 5 तो छोटी 4 नहीं जा रहा जी, 3 हाँ जी सारे दे विच जा रहा है। तो एचसीएफ की आएगा 3। कितना आएगा, 3। उस तो बाद इन्हां दा लेना होंदा है एलसीएम। तो 12 सब तो वड्डी है, 12 सब तो वड्डी है, तो आपां नूं पता है की करना है, इन्हां दा भाग जाना चाहिए है ना। 4 तीये 12, ये नहीं जा रहा। 12 दूना 24, 24 करते ही 4 का भी जाएगा, 8 का भी जाएगा। तो अपना आंसर की आएगा 3/24, 3/24। हाँ जी भी। हुण दसो कि तुहानूं एलसीएम एचसीएफ कढ़ना आ गया कि नहीं आ गया, फटाफट दसो। एलसीएम एचसीएफ कढ़ना आ गया ना सारिਆਂ ਨੂੰ। ओके गुड। एक होर कर लेने आप, लास्ट वाला और कर लेने। आप की करा सब तो पहला एलसीएम, चलो ये एचसीएफ कढ़ना है, पहला कढ़ो।
ਜੇ HCF ਕੱਢਣਾ ਹੈ ਤਾਂ ਆਪਾਂ ਕੀ ਕਰਾਂਗੇ, ਉੱਪਰ ਵਾਲੀ ਦਾ HCF ਸਭ ਤੋਂ ਛੋਟੀ ਕੀ ਹੈ 3, 3 ਦਾ ਭਾਗ ਨਹੀਂ ਜਾ ਰਿਹਾ, 2 ਦਾ ਭਾਗ ਨਹੀਂ ਜਾ ਰਿਹਾ, 1 ਦਾ ਭਾਗ ਤਾਂ ਜਾਏਗਾ ਹੀ ਜਾਏਗਾ, 1 ਆ ਗਿਆ ਜੀ। ਔਰ ਥੱਲੇ ਵੇਖੋ 16 12 ਤੇ 18 ਆਪਾਂ ਨੂੰ ਪਤਾ ਹੈ ਕਿ ਆਪਾਂ HCF ਕੱਢਣਾ ਸੀ, ਥੱਲੇ LCM ਆਏਗਾ ਤੇ 16 12 18 ਦੇ ਵਿੱਚ ਸਭ ਤੋਂ ਵੱਡੀ ਰਕਮ ਕਿਹੜੀ ਹੈ 18। ਹੁਣ 18 ਦੇ ਵਿੱਚ ਕਿਸੇ ਦਾ ਭਾਗ ਨਹੀਂ ਆਉਂਦਾ, 18 ਦੂਣੀ 36, 36 ਵਿੱਚ 12 ਦਾ ਜਾਂਦਾ ਹੈ ਲੇਕਿਨ 16 ਦਾ ਨਹੀਂ ਆਉਂਦਾ। 18 ਤੀਏ 54, 54 ਦੇ ਵਿੱਚ ਹੁਣ 16 ਨਹੀਂ ਜਾਏਗਾ, 18 ਚੌਕ 72, 16 39 16 ਤੀਏ ਨਹੀਂ ਜਾਏਗਾ। ਉਸ ਤੋਂ ਬਾਅਦ ਵਿੱਚ ਅੱਗੇ ਚੱਲੋ 18 ਦਾ ਹੋਰ ਪੜ੍ਹੋ, 18 ਏਕਮ 18, 18 36 18 ਤੀਹ 54, 18 ਚੌਕ 72, 18 5 90, 18 ਛਿਕ 108 ਆ ਜਾਏਗਾ ਜੀ, है ना। 16 6 96, 6 6 12 नहीं, ये भी नहीं जाएगा। 18 8 18 7 126 नहीं जाएगा, 18 8 144 हाँ जी ये जाएगा। तो अपना आंसर आएगा 1/144, 1/144। अरे बई देखो तुसी रटदे क्यों होने हो चीज़ों नूं, मैनूं तो ये समझ नहीं आती भी मेरी इन्नी स्पीड मैं क्यों बनाई, क्योंकि मैं तुहानूं इन्नी बेसिक तरीके नाल दस्सिया सीगा कि LCM का मतलब होंदा है अंशां दा LCM ते हरां दा HCF, और जे मैनूं HCF चाहिदा है तो अंशां दा HCF ते हरां दा LCM। हुण आ देखो आपां नूं HCF चाहिदा है तो उपर वाले दा पहला लेना पएगा HCF, ते 3 5 ते 7 दा HCF तो एक ही आया ना। उस तो बाद 16 12 ते 18 का कढ़ना सी LCM, 18 का पहाड़ा ही तो पढ़ना है, 18 एकम 18 इन्हों दोनों का भाग नहीं जा रहा, 18 दूनी 36 यदा भाग जा रहा पर यदा नहीं जा रहा, 18 तीह 54 किसी का नहीं जा रहा, 18 चौक 72 यदा जा रहा पर यदा नहीं जा रहा। एवें करते करते जो तुम 144 ते पहुँचोगे तो यदा भी भाग जा रहा है तो यदा भी भाग जा रहा है, मतलब ये अपना आंसर आ गया। तुसी पता ही नहीं की कर रहे हो, मैनूं समझ नहीं आता। अगे देखो हुण 4/5 6/7 ते 2/15 का LCM ते HCF कढ़ना है। आप पहला LCM कढ़ते हैं, LCM वास्ते तुहानूं शुरू वाली संख्या का LCM लेना है, तो वड्डी रकम किहड़ी है 6, 6 एकम 6 4 का भाग नहीं जाता, 6 दूनी 12 जाता है जी सारिਆਂ ਦੇ ਵਿੱਚ आ लो। फिर उस तो बाद ਇਹਦਾ लेना है HCF, सब तो छोटी 5, 5 का भाग 15 जाएगा लेकिन 7 च नहीं जाएगा, छड़ दो। 5 तो छोटी 4 नहीं है, 3 नहीं जाएगा, 2 नहीं जाएगा, 1 जाएगा, तो की आंसर आ जाएगा 12। यस और नो। हुण देखो अगे, हुण उन्हें पूछा आपां नूं HCF, जे उन्हें आपां नूं HCF पूछा तो आपां की करांगे HCF वास्ते अंशां दा HCF, तो 4 6 ते 2 दे विच सब तो छोटी रकम 2 है और 2 का भाग सारिਆਂ 'ਚ जा रहा है तो 2 हो गई। फिर लेना है LCM, LCM लवांगे तो 5 7 ते 15 का LCM कितना हो गया देख लो, 15 दूनी 30 15 30 है 45, 7 5 35 नहीं जाएगा, 15 30 45, 15 चौक 60, 15 75 नहीं जाएगा, 90 नहीं जाएगा, 105 जाएगा, कितना आ जाएगा 105। नेहा भगत जी नहीं समझ आएगा जदों तक तुसी पुरानी लैक्चर नहीं लाओगे। मैं फिर एक ही गल कहना वा, जदों भी तुसी नवे स्टूडेंट्स क्लास दे विच आउंदे हो तो प्लीज़ वो क्लास दे विच उदों ही पहुँचो जदों तुहानूं पुराने वाला क्लीयर होवे। नहीं समझ आएगा नेहा, बिल्कुल नहीं समझ आएगा, ये मैं खुद कह रहा वां। न्यू स्टूडेंट्स उदों ही क्लास दे विच बैठे जदों पुराने लैक्चर्स सारे तुहाडे कीते होण। इज दैट क्लीयर? हाँ जी अमन दमन जी, तुसी सैकेंड क्वेश्चन कह रहे हो, आप रिपीट कर लेने आ। चलो जी देखो, यस अमन वास्ते मैं रिपीट कर रहे हैं, वो कह रहे हैं सर सैकेंड क्वेश्चन दोबारा देखो, जेड़ा LCM है वो कह रहे हैं 30/2 आएगा।
आ देखो 30/12 9/4 ਤੇ 15/8 ਆਪਾਂ ਐਲਸੀਅਮ ਕੱਢਣਾ ਮੰਨ ਲਓ ਐਲਸੀਅਮ ਕੱਢਾਂਗੇ ਸਭ ਤੋਂ ਪਹਿਲਾਂ ਕੀ ਆਏਗਾ 30 ਲੈਣਾ ਪਏਗਾ ਆਪਾਂ ਨੂੰ ਐਲਸੀਅਮ ਕੱਢਣਾ ਯਾਨੀ ਕਿ ਐਲਸੀਅਮ ਲੈਣਾ ਪਏਗਾ ਉੱਪਰ ਵਾਲੀ ਰਕਮ ਦਾ ਹੁਣ ਉੱਪਰ ਵਾਲੀ ਰਕਮ ਦਾ ਐਲਸੀਅਮ ਲਵਾਂਗੇ ਤੇ ਸਭ ਤੋਂ ਵੱਡੀ ਰਕਮ ਕੀ ਹੈ 30 ਹੁਣ ਤੁਹਾਨੂੰ ਪਤਾ ਹੈ 30 ਦੇ ਵਿੱਚ ਕੀ 9 ਦਾ ਭਾਗ ਜਾ ਰਿਹਾ ਹੈ ਕਿ ਅਮਨ ਜੀ ਕੀ 30 ਦੇ ਵਿੱਚ 9 ਦਾ ਭਾਗ ਜਾ ਰਿਹਾ ਹੈ ਨਹੀਂ ਜਾ ਰਿਹਾ ਨਾ ਤਾਂ ਕਿੱਥੋਂ ਕਹਿ ਦੂੰਗੇ ਤੁਸੀਂ ਕਿੱਥੋਂ ਕਹਿ ਦੂੰਗੇ ਕਿ 30 ਦਾ ਐਲਸੀਅਮ ਆਏਗਾ ਨਹੀਂ ਆਏਗਾ 30 दूना 60 9 ਦਾ ਭਾਗ ਨਹੀਂ ਜਾ ਰਿਹਾ ਕਿਉਂਕਿ 15 ਦਾ ਜਾ ਰਿਹਾ ਲੇਕਿਨ ਇਹਦਾ ਵੀ ਜਾਣਾ ਚਾਹੀਦਾ ਹੈ 30 30 ਹੈ 90 ਜਿਵੇਂ ਮੈਂ 90 ਲਿਆ ਤਾਂ ਮੈਨੂੰ ਪਤਾ ਲੱਗ ਗਿਆ ਕਿ 90 ਦੇ ਵਿੱਚ ਸਾਰਿਆਂ ਦਾ ਭਾਗ ਜਾ ਰਿਹਾ ਹੈ ਸਾਰਿਆਂ ਦਾ ਭਾਗ ਜਾ ਰਿਹਾ ਹੈ ਹੁਣ ਥੱਲੇ ਵਾਲੇ ਵਿੱਚ ਲੈਣਾ HCF ਸਭ ਤੋਂ ਛੋਟੀ ਰਕਮ ਕੀ ਹੈ 4 ਤਾਂ 4 एकम 4 4 3 12 4 दूनी 8 पूरी पूरी कट गई आ लो जी तो अपना आंसर क्या आ गया 45 आ गया कि नहीं आया इतने 4 आएगा सॉरी कितना आएगा 4 4 हुण कट दो 2 दूनी 4 तो इतने कितना आया 45 यानी 45/2 ही आएगा बई अमन जी तुसी गलत सीगे ये बिल्कुल सही क्वेश्चन है ठीक है ना 45/2 अमन जी क्लीयर हो गया तुहानू सारिਆਂ ਨੂੰ ठीक है जी चलो जी अज का आखिरी नियम क्योंकि अज का आखिरी नियम इस करके क्योंकि फ्रैक्शन दे फिर 90% फ्रैक्शन अपनी कंप्लीट हो जाएगी 90% क्लीयर फिर अपने 10% फ्रैक्शन जी नहीं वो टॉपिकों के आएगी जोड़ा टॉपिक अपने पेपर के आप उही गल कर रहे हैं हुण फ्रैक्शन का लास्ट टॉपिक की है लास्ट टॉपिक ये है कि जेडे बार वाले क्वेश्चन होंदे ने किहड़े क्वेश्चन होंदे ने बार वाले उन्हां बार वाले क्वेश्चनों नूं जोड़ना ते घटाउणा बार वाले क्वेश्चनों नूं बिल्कुल सुकर लास्ट टॉपिक है अपना बार वाले क्वेश्चन होणगे जिहदे विच आपां नूं जोड़ करना पै सकदा है ते घटाव करना पै सकदा है ते गुणा करना पै सकदा है क्लीयर हुण तुहाडे वास्ते कुछ क्वेश्चन ने ध्यान नाल देखना सारे जने जिवें आपां नूं क्वेश्चन पुछया आपां नूं क्वेश्चन पुछया 0.63 दे उत्ते बार लाती और फिर प्लस करना है 0.37 दे उपर बार लाती और आपां नूं पुछ लिया कि इहदा आंसर की आएगा तो तुसी पता की करना है तुसी इनू कदी भी सीधा नहीं जोड़ना भी 7 और 3 10 होंदे ने 6 और 3 9 और 1 10 होंदे ने कदी भी सीधा नहीं जोड़ना तुसी की करना है सब तुसी नॉर्मल इस बार का मतलब की हुंदा जे तुसी इनू बेसिक करदे हो जे तुसी इनू बेसिक करदे हो तो किवें करोगे कल दस्सिया सी मैं तुसी लिखोगे 63 और थल्ले की लाओगे 2 बारी 9 2 बारी की लाओगे 9 क्योंकि आपां नूं पता है ये हटेगा तो 9 ये भी हटेगा तो 9 प्लस इनू भी की लिखोगे 37 बटा विच इनू भी 9 इनू भी 9 आ लो जी हाँ जी हुण देखो सारे जने अपने कोले 63/99 ते इधर 37/99 ये देता आपां नूं हुण आपां नूं पता इनू सोल्व करना है तो आपां इत्थे एलसीएम की लिखांगे 99 ऊपर की आएगा 63 ऊपर की आएगा 37 इन्हां नूं जोड़ूंगे तो की आया 7 ते 3 10 6 ते 9 ते एक होर 10 है ना 7 ते 3 10 का एक कैंसिल 6 ते 9 ते एक होर 10 100 बटा विच कितना आ गया 99 हुण 100 बटा विच 99 आ गया तुसी इनू किवें सोल्व करोगे 100 बटा 99 नूं की कहोगे 100 बटा 99 कहोगे ये तो अपना सरलीकरण हो गया बट जे आपां नूं इनू बार विच ही उत्तर देना है तो बार विच उत्तर की दोगे बार दे विच उत्तर की दोगे दसो
100/99 ਸਹੀ ਹੈ। ਜੇ ਤੁਸੀਂ ਇਹਨੂੰ ਬਾਰ ਦੇ ਵਿੱਚ ਉੱਤਰ ਦਓਗੇ ਤਾਂ ਕੀ ਦਓਗੇ ਮੈਨੂੰ ਇਹ ਦੱਸੋ। ਬਿਲਕੁਲ 100/99 ਸਹੀ ਹੈ। ਹੁਣ ਦੇਖੋ ਧਿਆਨ ਨਾਲ, ਜੇ ਤੁਸੀਂ ਐਵੇਂ ਕਰੋਗੇ ਤਾਂ ਵੀ ਦੇਖੋ ਫ੍ਰੈਕਸ਼ਨ ਦੇ ਵਿੱਚ ਉੱਤਰ ਆਏਗਾ। ਔਰ ਜੇ ਤੁਸੀਂ ਇਹਦਾ ਲੌਜਿਕ ਸਿੱਖਦੇ ਹੋ, ਦੇਖੋ ਕਿਵੇਂ 0.63 ਲਿਖਤਾ ਮੈਂ, ਇਹਦੇ ਉੱਪਰ ਬਾਰ ਹੈ, ਇੱਥੇ ਵੀ 0. ਕੀ ਹੈ 37, ਇਹੀ ਹੈ ਨਾ। ਤੁਸੀਂ ਇਹਨੂੰ ਡਾਇਰੈਕਟ ਕਦੀ ਨਹੀਂ ਜੋੜੋਗੇ, ਤੁਸੀਂ ਸਿਰਫ ਇਹ ਦੇਖੋ ਕਿ ਬਾਰ ਕਿੰਨੇ ਉੱਪਰ ਹੈ, ਬਾਰ 2 ਸੰਖਿਆ ਦੇ ਉੱਪਰ ਹੈ। ਇੱਧਰ ਵੀ ਬਾਰ ਕਿੰਨੀ ਸੰਖਿਆ ਦੇ ਉੱਪਰ ਹੈ, 2 ਸੰਖਿਆ ਦੇ ਉੱਪਰ। ਜੇ ਬਾਰ 2 ਸੰਖਿਆ ਦੇ ਉੱਪਰ ਹੈ, ਬਾਰ 2 ਸੰਖਿਆ ਦੇ ਉੱਪਰ ਹੈ, ਤਾਂ ਇਹਦਾ ਐਲਸੀਅਮ ਵੀ ਕੀ ਆਏਗਾ, 2 ਹੀ ਆਏਗਾ ਨਾ। ਯਾਨੀ ਇਹਦੇ ਉੱਤੇ ਵੀ 2 ਦੇ ਉੱਤੇ, ਇਹਦੇ ਉੱਤੇ ਵੀ 2 ਦੇ ਉੱਪਰ ਹੈ, ਤੇ 2 ਤੇ 2 ਦਾ ਐਲਸੀਅਮ ਕੀ ਆਏਗਾ, 2 ਹੀ ਆਏਗਾ ਨਾ। ਯਾਨੀ ਇਹਦਾ ਮਤਲਬ ਹੈ ਤੁਸੀਂ ਇਹਨੂੰ ਪੁਆਇੰਟ ਦੇ ਬਾਅਦ 2 ਸੰਖਿਆ ਤੱਕ ਲੈ ਕੇ ਜਾ ਸਕਦੇ ਹੋ। ਤੇ ਆਪਾਂ ਨੂੰ ਪਤਾ ਹੀ ਹੈ ਵੀ ਸਰ ਪੁਆਇੰਟ ਦੇ ਬਾਅਦ 2 ਸੰਖਿਆ ਤੱਕ ਹੀ ਹੈ। ਯੈਸ ਔਰ ਨੋ, ਯੈਸ ਔਰ ਨੋ। ਜਿਹੜੀ ਗੱਲ ਦੱਸ ਰਿਹਾ ਇਹ ਟ੍ਰਿਕ ਹੈ, ਇਹ ਲੌਜਿਕ ਵੀ ਹੈ ਤੇ ਨਾਲੇ ਟ੍ਰਿਕ ਵੀ ਹੈ। ਫਿਰ ਤੁਹਾਨੂੰ ਐਵੇਂ ਕਰਨ ਦੀ ਲੋੜ ਨਹੀਂ ਪਏਗੀ। ਦੁਬਾਰਾ ਫਿਰ ਦੇਖ ਲਓ, ਤੁਸੀਂ ਕੀ ਕਰਨਾ ਹੈ, ਤੁਸੀਂ ਸਿਰਫ ਇਹ ਦੇਖਣਾ ਹੈ ਬਾਰ ਕਿਹਦੇ ਉੱਪਰ ਹੈ, ਬਾਰ ਹੈ ਸਰ 2 ਦੇ ਉੱਪਰ, ਇੱਧਰ ਵੀ 2 ਸੰਖਿਆ ਦੇ ਉੱਪਰ। ਹੁਣ ਤੁਸੀਂ 2 ਤੇ 2 ਦਾ ਐਲਸੀਅਮ ਲੈ ਲਓ, ਤੇ 2 ਤੇ 2 ਦਾ ਐਲਸੀਅਮ 2 ਹੀ ਆਏਗਾ ਨਾ। ਇਹਦਾ ਮਤਲਬ ਹੈ ਪੁਆਇੰਟ ਦੇ ਬਾਅਦ 2 ਸੰਖਿਆ ਤੱਕ ਹੀ ਲਿਖੋ। ਲਿਖਤਾ, ਹੁਣ ਜੋੜ ਲਓ। 7 ਤੇ 3 10, 10 ਦਾ ਇੱਕ ਕੈਂਸਲ ਇੱਥੇ ਲਿਖਤਾ। 6 ਤੇ 3 9, 6 ਤੇ 3 ਕਿੰਨਾ ਹੋ ਗਿਆ 9, ਔਰ ਉਸ ਤੋਂ ਬਾਅਦ 9 ਔਰ 1 ਕਿੰਨਾ ਹੋ ਗਿਆ 10। ਯੈਸ ਜਾਂ ਨੋ, ਇੱਧਰ ਕਿੰਨਾ ਆ ਗਿਆ 1, ਕਿੰਨਾ ਆ ਗਿਆ 1.00 ਆ ਗਿਆ। ਯੈਸ ਜਾਂ ਨੋ। ਲੇਕਿਨ ਧਿਆਨ ਨਾਲ ਦੇਖਿਓ, ਜਿਹੜੀ ਗੱਲ ਮੈਂ ਦੱਸੀ ਹੈ ਆਹ ਦੇਖੋ ਧਿਆਨ ਨਾਲ ਇੱਕ ਵਾਰੀ, 0.63 63 63 63 0.37 37 37 37 ਲਿਖਤਾ। ਹੁਣ ਜੋੜੋ ਇੱਕ ਵਾਰੀ, 7 ਤੇ 3 10, 1, 6 ਤੇ 9 ਤੇ 1 10, 1, 7 3 10 ਤੇ 1 11, ਦੇਖੀ ਚੱਲਿਓ। 1, 6 ਤੇ 9 ਔਰ 1 10, 1, 7 3 10 ਤੇ 1 11, 6 ਤੇ 9 ਤੇ 1 10, 7 3 10 ਤੇ 1 11, 1, 6 ਤੇ 9 ਤੇ 1 10। ਆਪਣੇ ਕੋਲੇ ਕੀ ਆਇਆ, ਆਪਣੇ ਕੋਲੇ ਆਇਆ 1.01 01 01। ਇੱਧਰ ਵੀ ਫਿਰ 01 ਹੀ ਆਏਗਾ, ਕਿਉਂਕਿ ਜਦੋਂ ਆਪਾਂ ਅੱਗੇ ਲਿਖਾਂਗੇ ਨਾ 63, ਇੱਥੇ ਫਿਰ 01 ਆਏਗਾ। ਇਹਦਾ ਮਤਲਬ ਇਹ ਹੋਇਆ ਕਿ ਇਸ ਕੁਐਸਚਨ ਦਾ ਉੱਤਰ ਆ ਨਹੀਂ ਹੋਏਗਾ। ਹੁਣ ਤੁਸੀਂ ਕਹੋਗੇ ਸਰ ਲੌਜਿਕ ਤਾਂ ਗਲਤ ਹੋ ਗਿਆ। ਲੌਜਿਕ ਗਲਤ ਨਹੀਂ ਹੋਇਆ, ਮੈਂ ਕਿਹਾ ਸੀ ਐਲਸੀਅਮ ਤੁਸੀਂ ਕੀ ਲਿਖਿਆ 2, ਤੇ ਪੁਆਇੰਟ ਦੇ ਬਾਅਦ 2 ਵਾਰੀ ਲਿਖਣਾ ਹੈ। ਇਹਦਾ ਮਤਲਬ ਇਹ ਨਹੀਂ ਸਮਝਣਾ ਕਿ ਪੁਆਇੰਟ ਦੇ ਬਾਅਦ 2 ਸੰਖਿਆ ਤੱਕ। ਮੈਂ ਜੋ ਕਹਿ ਰਿਹਾ ਸੀ ਉਹ ਸਿਰਫ ਗਲਤ ਕਰਾਉਣ ਵਾਸਤੇ ਦੱਸ ਰਿਹਾ ਸੀ ਤੁਹਾਨੂੰ। ਪੁਆਇੰਟ ਦੇ ਬਾਅਦ 2 ਸੰਖਿਆ, ਇਹਦਾ ਮਤਲਬ 2 ਵਾਰੀ ਲਿਖੋਗੇ ਤੁਸੀਂ। ਯੈਸ ਜਾਂ ਨੋ। ਤਾਂ ਇਸ ਕਰਕੇ ਜੇ ਤੁਸੀਂ ਐਲਸੀਅਮ ਨਹੀਂ ਕੱਢ ਸਕਦੇ ਤਾਂ ਤੁਸੀਂ ਰਹਿਣ ਦਿਓ। ਤੁਸੀਂ ਕੀ ਸੋਚੋ ਕਿ 0.63 ਹੈ, ਤਾਂ ਮੈਂ 63 ਘੱਟੋ ਘੱਟ 4-5 ਵਾਰੀ ਲਿਖ ਲੈਣਾ ਮੈਂ। ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ 1.01 ਦੀ ਬਾਰ ਆ ਰਹੀ ਹੈ। ਮਤਲਬ ਮੇਰਾ ਆਨਸਰ ਇਹ ਹੋਏਗਾ ਪੇਪਰ ਦੇ ਵਿੱਚ, ਨਾ ਕਿ 1.00 ਦੀ ਬਾਰ। ਇਹ ਗਲਤ ਹੋ ਜਾਏਗਾ। ਬਿਲਕੁਲ ਅਮਨ ਦੀਮਾਨ, ਬਿਲਕੁਲ। ਮੈਂ ਜਿਹੜੀ ਗੱਲ ਦੱਸਣਾ ਚਾਹੁੰਦਾ ਸੀ ਮੈਂ ਰਿਪੀਟ ਕਰ ਰਿਹਾ ਸਾਰੇ ਦਾ ਸਾਰਾ, ਕਿਉਂਕਿ ਜਦੋਂ ਗਲਤ ਹੁੰਦਾ ਹੈ ਨਾ ਤਾਂ ਬੱਚਾ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਦੇਖੋ ਫ੍ਰੈਕਸ਼ਨ ਦੇ ਵਿੱਚ ਤੁਹਾਡਾ ਆਨਸਰ ਬਿਲਕੁਲ ਸਹੀ ਹੈ, ਫ੍ਰੈਕਸ਼ਨ ਦੇ ਵਿੱਚ ਤੁਹਾਡਾ ਆਨਸਰ ਬਿਲਕੁਲ ਸਹੀ ਹੈ, ਗਲਤ ਨਹੀਂ ਹੈ। ਬਟ ਜਦੋਂ ਤੁਹਾਨੂੰ ਬਾਰ ਦੇ ਵਿੱਚ ਆਨਸਰ ਪੁੱਛੇਗਾ ਤਾਂ ਤੁਸੀਂ ਜਾਂ ਤਾਂ ਲੌਜਿਕ ਟ੍ਰਿਕ ਲਾਓ। ਟ੍ਰਿਕ ਨਹੀਂ ਲਾਉਣੀ ਤਾਂ ਸਿਰਫ ਜੱਟੂ ਸੌਦਾ ਕੀ ਹੈ, ਜੱਟੂ ਦਿਮਾਗ ਦੇ ਵਿੱਚ ਇਹ ਆਏਗਾ ਕਿ ਮੈਨੂੰ ਪਤਾ ਹੈ 63, ਇਹਨੂੰ ਘੱਟੋ ਘੱਟ 4-5 ਵਾਰ ਲਿਖ ਲੂੰਗਾ ਮੈਂ। ਆ ਲਓ 63 63 63 63, 37 ਹੈ 37 37 37। ਜਦੋਂ ਜੋੜੋਗੇ ਤਾਂ ਤੁਹਾਨੂੰ ਇੱਕ ਨਿਯਮ ਪਤਾ ਲੱਗ ਜਾਏਗਾ, 01 01 01 01 ਆ ਰਿਹਾ ਨਾ। ਇਹਦਾ ਮਤਲਬ ਆਨਸਰ ਇਹ ਹੋਏਗਾ ਆਪਣਾ, ਨਾ ਕਿ 1.00 ਹੋਏਗਾ। ਆ ਗਈ ਗੱਲ ਸਮਝ ਸਾਰਿਆਂ ਨੂੰ?
यस और नो? फटाफट दसो भी, टाइम बहुत हो गया अज। बहुत वधिया, क्लीयर हो गया। हुण देखो, हुण आपां नूं इहने पुछया दूजा क्वेश्चन 3.47 प्लस 1.04 प्लस 3.01 ਇਹਦਾ जोड़ करना है। हुण देखो 3.47 हुण तुसीं लिखी चलो 474747 घट्टो घट्ट 4 बार लिख लो 1.04 04 04 04 इधर 3.01 01 01 और 01 क्योंकि बाहर सारे उत्ते लगी हुई है ना। हुण देखो हुण इनू सोल्व करते हैं आपां। आ देखो 7 4 11 ते 1 12 1 4 1 5 हुण आई आएगा देखो वापस 52 52 ही आएगा 3 3 6 ते 1 9 कितना आ गया 9.52 3 3 6 1 7 सॉरी 9 पॉइंट नहीं 7 पॉइंट 3 3 6 ते 1 7 यानी अपना आंसर आया 7.52 अगे ऊपर की आएगा बार की आ जाएगा बार। बहुत बढ़िया। चलो जी अज सिर्फ दस के गया वा कल आपां हुण करांगे क्वेश्चन यानी कल अपना फ्रैक्शन का लास्ट पार्ट रहेगा क्योंकि जिन्ने के स्टैप आपां दसने ने पेपर दे विच उही आएगा ठीक है ना। हाई लैवल की मैथ जे करनी है तो आपां करावांगे बट जिहड़ा तुहाडे सिलेबस दे विच है आपां ओहदी गल कर रहे हैं ठीक है ना। हुण कल आपां फ्रैक्शन दे विच सिखांगे जिन्ने भी क्वेश्चन हुण तक आपां सारे कर ले ओहदे घट्टो घट्ट मैं लेके आऊँगा कल क्वेश्चन कल संडे है सोमवार नूं घट्टो घट्ट मान के चलो 40 क्वेश्चन ले आवां 40 क्वेश्चन बहुत है 40 क्वेश्चन बहुत है ना। दसो भी भावें आपां नूं 1.5 घंटा लगे भावें 2 घंटे लगन। हाँ जी सुख कौर जी टैसट लवांगे बिल्कुल टैसट लवांगे 40 क्वेश्चन ले आने आपां जिहदे विच हर प्रकार के क्वेश्चन जिन्ने भी बनते होणगे फ्रैक्शन के जिहड़े मैं हुण तक कराए ने वो सारे दे सारे कर लांगे आपां ठीक है ना। हुण तुहानूं अगर तुहाडे कोले कोई बुक्स पई है तो उस बुक्स दे विच फ्रैक्शन अजे होर अगे आएगी मैनूं पता है लेकिन वो जो टॉपिक शुरू करांगे ना फिर तुहानूं पता लगेगा कि हाँ ये फ्रैक्शन उस क्वेश्चन ते डिपेंड है। हजे बेसिक फ्रैक्शन तुहानूं पता लग गई जिहड़ी अपनी पेपरां दे विच आउणी है। हाँ जी बिल्कुल 40 क्वेश्चन का सैट लेके आऊँगा मैं और आपां करांगे। ओके गाइज टेक केयर सारिਆਂ ਨੂੰ। ਹੁਣ ਤੁਸੀਂ ਸਾਰੇ ਜਣੇ ਜਿੰਨੇ ਵੀ ਸਟੂਡੈਂਟ ਨਵੇਂ ਨੇ ਉਹਨਾਂ ਨੂੰ ਪਲੀਜ਼ ਮੈਂ ਇੱਕ ਹੀ ਗੱਲ ਕਹਾਂਗਾ ਵੀ ਪਲੀਜ਼ ਉਸ ਦਿਨ ਕਲਾਸ ਵਿੱਚ ਤਾਂ ਹੀ ਹੋਣ ਜੇ ਤੁਸੀਂ ਪੁਰਾਣੇ ਲੈਕਚਰ ਸਾਰੇ ਕੰਪਲੀਟ ਕੀਤੇ ਹੋਣਗੇ। ਪੁਰਾਣੇ ਸਾਰੇ ਲੈਕਚਰ ਕੰਪਲੀਟ ਕਰੋ ਫਿਰ ਕਲਾਸ 'ਚ ਆਓ। नहीं कल क्लास नहीं लगेगी भी सुख और कल संडे है इस करके मैं ऑफ रखांगा। हाँ जी बिल्कुल अमन ले आऊँगा मैं।